ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇਕ ਵੇਖ ਪਰਸਣ ਆਇਆ। ਲਭ ਲੋਭ ਅਹੰਕਾਰ ਚੂਕਾ, ਸਤਿਗੁਰ ਭਲਾ ਪਾਇਆ। ਕਹੈ ਨਾਨਕ ਜਿਸਨੋ ਆਪ ਤੁਠਾ, ਕਹੈ ਨਾਨਕ ਜਿਸਨੋ ਆਪ ਤੁਠਾ। ਤਿਨ ਅੰਮ੍ਰਿਤ ਗੁਰ ਤੇ ਪਾਇਆ। ਕਹੈ ਨਾਨਕ ਜਿਸਨੋ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਦੀਨ ਕੇ ਦਿਆਲ ਦਾਤੇ, ਨਿਰੰਕਾਰ ਦਾ ਸ਼ਬਦ ਸਰੂਪ, ਹਾਜ਼ਰ ਨਾਜ਼ਰ ਗੁਰਦੇਵ, ਚਵਰ ਤਖਤ ਰਾਜ ਦੇ ਮਾਲਕ, ਪ੍ਰਤੱਖ ਹਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਨਿਧਾਨ ਜਗਤ ਗੁਰੂ, ਤਿਨਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਸਵਾਰੇ, ਗੁਰੂ ਰੂਪ, ਗੁਰੂ ਪਿਆਰੇ ਖਾਲਸਾ ਜੀਓ। ਗੱਜ ਵੱਜ ਕੇ ਫਤਿਹ ਦੀ ਸਾਂਝ ਪਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਤੇ ਚਾਅ ਦੇ ਨਾਲ ਗੁਰੂ ਪੂਰੇ ਦੀ ਉਸਤਤ ਕਰਨ ਲਈ, ਸੁਣਨ ਲਈ, ਗੁਰੂ ਦੀ ਪ੍ਰਜਾ ਬਣ ਕੇ ਤਿਸ ਦੇ ਦਰਬਾਰ ਵਿੱਚ ਆਣ ਜੁੜੇ ਹਾਂ। ਸਾਧ ਸੰਗਤ ਜੀ, ਇੱਕ ਨਾਮ ਜਪਣ ਵਾਲੀ ਬੜੀ ਪਵਿੱਤਰ ਰੂਹ, ਗੁਰੂ ਕਾ ਸਿੱਖ, ਬਾਣੀ ਤੇ ਬਾਣੇ ਦਾ ਧਨੀ, ਸੰਗਤ ਵਿੱਚ ਬੈਠੇ ਨੇ। ਦੁਨੀਆ 'ਚ ਬੜਾ ਪਿਆਰ ਹੈ, ਹਰ ਇੱਕ ਜੀਅ ਉਹਨਾਂ ਦਾ ਸਤਿਕਾਰ ਕਰਦਾ। ਤੇ ਇੱਕ ਗੁਰੂ ਕਾ ਸਿੱਖ ਉਹਨਾਂ ਕੋਲ ਆਇਆ, ਆਣ ਕੇ ਫਤਿਹ ਬੁਲਾਈ, ਆਖਣ ਲੱਗਾ ਜੀ ਮਨ ਵਿੱਚ ਇੱਕ ਸਵਾਲ ਹੈ। ਪੁੱਛੋ ਕੀ ਸਵਾਲ ਹੈ? ਮਨ ਵਿੱਚ ਇੱਕ ਭਟਕਣਾ ਹੈ, ਮੈਂ ਚਾਹੁੰਦਾ ਵੀ ਉਹ ਸਵਾਲ ਤੁਹਾਡੇ ਸਾਹਮਣੇ ਰੱਖਾਂ ਤੇ ਮੇਰੇ ਸਵਾਲ ਦੀ ਨਿਰਵਿਰਤੀ ਹੋਵੇ। ਤੇ ਨਾਮ ਜਪਣ ਵਾਲੇ, ਬਾਣੀ ਤੇ ਬਾਣੇ ਦੇ ਧਨੀ ਗੁਰੂ ਕੇ ਸਿੱਖ ਨੇ ਕਿਹਾ ਜੀ ਪੁੱਛੋ। ਸਾਧ ਸੰਗਤ ਜੀ, ਸਵਾਲ ਬੜਾ ਕੀਮਤੀ ਜੇ। ਹੋ ਸਕਦਾ ਹੈ ਸਾਨੂੰ ਵੀ ਅੱਜ ਇਸ ਗੱਲ ਦਾ ਜਵਾਬ ਮਿਲ ਜਾਏ, ਇਸ ਸਵਾਲ ਦਾ। ਗੁਰਸਿੱਖ ਨੇ ਸਵਾਲ ਕੀ ਪੁੱਛਿਆ? ਆਖਣ ਲੱਗੇ ਇਹ ਦੱਸੋ, ਕਰਮ ਵੱਡੇ ਨੇ ਜਾਂ ਭਗਤੀ ਵੱਡੀ? ਹੁਣ ਸਵਾਲ ਸੁਣ ਕੇ ਤੁਹਾਨੂੰ ਵੀ ਇੱਕ ਵਾਰੀ ਜ਼ਰੂਰ ਥੋੜ੍ਹਾ ਜਿਹਾ ਹਿਰਦੇ ਵਿੱਚ ਕਿਉਰਿਓਸਿਟੀ ਪੈਦਾ ਹੋਈ ਹੋਣੀ ਹੈ ਕਿ ਵਾਕਈ ਕਰਮ ਵੱਡੇ ਨੇ ਜਾਂ ਭਗਤੀ ਵੱਡੀ? ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਾਂ ਤੇ ਸੰਪੂਰਨ ਬਾਣੀ ਕਰਮਾਂ ਦੀ ਗੱਲ ਕਰਦੀ ਹੈ। ਕਰਮਾਂ ਉੱਪਰ ਨਿਬੜੇ, ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਜਿਹਾ ਬੀਜੇ ਸੋ ਲੁਣੇ, ਕਰਮਾਂ ਸੰਦੜਾ ਖੇਤ। ਜਦੋਂ 12 ਮਾਝ ਦੀ ਬਾਣੀ ਪੜ੍ਹਦੇ ਹੋ ਨਾ, ਪੰਚਮ ਪਾਤਸ਼ਾਹ ਦੇ ਮਿੱਠੇ ਬੋਲ, ਤੇ 12ਵਾਂ ਬਾਝ ਦੀ ਬਾਣੀ ਆਰੰਭ ਕਿੱਥੋਂ ਹੁੰਦੀ ਹੈ? ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸਾਂ। ਧੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀ ਦਾਮ। ਆਰੰਭ ਕਿੱਥੋਂ ਹੁੰਦੀ ਹੈ? ਕਰਮਾਂ ਦੀ ਗੱਲ ਤੋਂ। ਤੇ ਸਾਧ ਸੰਗਤ ਜੀ, ਭਗਤੀ ਦੀ ਗੱਲ ਕਰਾਂ ਤੇ ਸਤਿਗੁਰਾਂ ਦੀ ਸੰਪੂਰਨ ਬਾਣੀ ਸਾਨੂੰ ਭਗਤੀ ਕਰਨ ਦੀ ਪ੍ਰੇਰਨਾ ਬਖਸ਼ਿਸ਼ ਕਰਦੀ ਹੈ। ਭਗਤ ਤੇਰੇ ਮਨ ਭਾਉਂਦੇ, ਦਰਸੋ ਹਨ ਕੀਰਤ ਗਾਉਂਦੇ। ਪਰਮੇਸ਼ਵਰ ਨੂੰ ਭਾਉਂਦੇ ਹੀ ਉਹ ਮਨੁੱਖ ਨੇ ਜਿਹੜੇ ਪਰਮੇਸ਼ਵਰ ਦੀ ਕੀਰਤੀ ਕਰਦੇ ਨੇ, ਪਰਮੇਸ਼ਵਰ ਦਾ ਜਸ ਗਾਉਂਦੇ ਨੇ।
हर कदम ते गुरु साहब ने सानू भगती करन दी प्रेरणा दिती है। धन श्री गुरु ग्रंथ साहब के पावन पवित्र 1430 अंग किसी भी थां ते समय की राजे की उस्तत नहीं, किसी बादशाह की उस्तत नहीं, किसी लीडर की उस्तत नहीं, किसी करोड़पति या लखपति की उस्तत नहीं। जिथे भी गुरु ग्रंथ साहब ने उस्तत की है केवल नाम जपण वाले भगत प्यारियां की उस्तत की है। ते गुरु ग्रंथ साहब दे विच उन्हां 15 भगतां नूं थां मिली है जिन्हां ने केवल ते केवल परमेश्वर दा ओट ते आसरा लिया। हुण की आखीए, कर्म वड्डे ने या भगती वड्डी? ते जे दूजे पासे झात मारां ते त्रेते युग दे विच समय दा राजा होया रावण। हुण रावण ने बड़ी भगती कीती है। जे भगती वड्डी है ते उस समय विच रावण तो वड्डा भगत कोई नहीं होया। ते सतगुरु गुरु ग्रंथ साहब जी रावण नूं की आख के पुकारदे ने? लंका गढ़ सोयने का भया, मूर्ख रावण क्या लै गया। वैसे मूर्ख 4 प्रकार के होंदे ने। गुरबाणी दे विच मूर्ख लफज कई थावां ते वरतिया। हम मूर्ख मुग्ध सनडागति मिल गोविंद रंगा राम राजे। मैं मूर्ख की केतक बात है कोट पराधी तरया रे, गुर नानक जिन सुनिया पेखिया से फिर गर्भास ना परया रे। हम मूर्ख को गुर किरपा करी जन नानक तारियो तारण हरी। ये लफज कई थावां ते आउंदा जे, पर किसी नूं नां नाल संबोधन करके केवल इकों थां ते गुरु ग्रंथ साहब जी लफज आया है, वह है रावण के नां दे नाल। मूर्ख रावण क्या लै गया। जे भगती वड्डी है तो सतगुरां ने फिर रावण नूं मूर्ख क्यों कहा? समय का सब तो वड्डा भगत होया। जे सतयुग की गल करां ते हरनाखश तो वड्डा भगत कोई नहीं जे होया। प्रहलाद दा पिता इन्नी भगती की कि देवते रिझा ले, वर भी मंग ले। ना दिने मरा ना राती मरा, ना पशु के हथों मरा ना किसी मनुख के हथों मरा, ना अस्तर नाल मरा ना शस्त्र नाल मरा। जो इन्ने वर प्राप्त कर ले रब का शरीक हो गया। भगती कितनी वड्डी की उन्हें, बड़ा वड्डा समय का भगत होया, पर भगती करके हंकारी हो गया। ते गुरु नानक साहब धन गुरु ग्रंथ साहब सच्चे पातशाह के पावन स्वरूप दे विच इन्ना वड्डा भगत समय का, तो उन्होंने कह के की पुकारिया? रोज़ पढ़ते हो, हर जुग जुग भगत उपाया पैज रखदा आया राम राजे। अगों की पढ़ते हो? हर नाखस दुष्ट हर मारिया प्रहलाद तराया। अहंकारियां निंदकां पिठ दे नाम देओ मुख लाया, जन नानक ऐसा हर सेविया अंत ले छड़ाया। रावण नूं मूर्ख कह के पुकारदे ने गुरु साहब, ते हरनाकस नूं दुष्ट कह के पुकारदे ने। होए दोनों अपने समय के बड़े वड्डे भगत ने। सवाल फिर उत्थे ही खड़ा है, कर्म वड्डे ने या भगती वड्डी है? ते जदों किसी विद्वान तो पूछया ना गुरु के सिख ने नाम जपण वाले तो, विद्वान का मतलब ये नहीं भी जिन्हें कोई लम्मा चोला पाया होवे, बाहर की गात्रा पाया होवे ते बड़ी सजा के पग बन्नी होवे ते स्टेजां ते बड़ी अच्छी कथा करता होवे। विद्वान का मतलब ये भी नहीं भी जे कोई बहुता चौला पा के ते 50 चेले नाल लाए होण, इंपोर्टेड गड्डियां ते घुमदा होवे, महंगे मोबाइल रखता होवे, जेड़ा अपने चेलियां ते चोलियां नाल जोड़दा होवे, वो विद्वान नहीं। विद्वान कौन है? कई बार दास बेनती करता होंदा गुरु की कृपा नाल, विद्वान वड्डा नहीं, वड्डा वो है जिहदे हिरदे विच परमात्मा का नाम विद्यमान है। विद्यमान हर आप, हुणे भाई साहब ने कीर्तन राही भी आप जी ने बचन सुनाए ने, जिहदे हिरदे विच परमात्मा विद्यमान है, जिहदे हिरदे विच परमात्मा वसया, असल विद्वान हो है। ते जदों किसी विद्वान पुरुष तो जिन्हें बाणी ते बाणे नूं कमाया, गुरु के सिख ने पूछया जी कर्म वड्डे ने जां भगती वड्डी है? ते सवाल बड़ा कमाल दा सी, अज नाल बन के लैके जाओ ये जवाब। सवाल की दिता उस नाम जपण वाले ने, बाणी पढ़न वाले गुरसिख ने? आखण लगे ना कर्म वड्डे ने ना भगती वड्डी है, सब तो वड्डी है गुरु की किरपा।
जे किरपा गुरु दी होई ते कर्म भी चंगे होणगे ते भगती भी संभाली जाएगी। माफ़ करना, भगती करना कोई वड्डी गल नहीं, भगती करके उन्होंने संभालना सब तो वड्डी जुगत जे। भगती नूं संभालना, आ मेरे वर्गा तो किते जपजी साहब पढ़नी आ जाए ना तो सारे संसार दे विच रौला पाई जाता भी मेरे वर्गी जपजी कोई नहीं पढ़ता। ਜਿਹੜੇ पंज बाणियां दे नितनेमी ने, धन ने, मुबारक ने, दास उन्हां दी चरण धूड़ी पालदा। पर जे पंज बाणियां पढ़न दा हंकार है जी, देखो परिवार च मैं ते पंज बाणियां पढ़ना, मेरे घर ते होर कोई भी नहीं पढ़ता, मैं उत्तम नहीं। उत्तम बंदा नहीं, उत्तम वो है जिसने तैनूं पंज बाणियां पढ़न दी प्रेरणा दित्ती है। ਉਹਨੇ धन धन श्री गुरु ग्रंथ साहब। उच्चा बोलिया करो जो गुरु का नाम। एक बेनती करता होना, बाणी पढ़न वेले, नाम जपण वेले, प्रभु की उस्तत करन वेले तीन गल्लां दा ध्यान रखना, कदे अकना नहीं, कदे थकना नहीं, कदे झकना नहीं। डट के बोलिया करो, सारे एक बारी रसना पवित्र करो। धन धन श्री गुरु, धन धन श्री गुरु ग्रंथ साहब जी। ऐसे गुर को बल बल जाइए, आप मुकत मोहे तारे। किरपा वड्डी है, किरपा कह लो, मेहर कह लो, दया कह लो, असीस कह लो, गुरु का करम कह लो, महरामत कह लो, नदर कह लो, इक्को गल है। शब्द पढ़ने आ, लख खुशियां पातशाहियां जे इफ यदि, जे सतगुर नदर करे, जे गुरु की नदर है तो जीवन में खुशियां ते पातशाहियां का आनंद माणेगा, नहीं तो खुशियां ते पातशाहियां नहीं, क्योंकि नदर वड्डी है, किरपा वड्डी। तो एक बेनती होर करा, जे नौजवान सभा वालों इस पावन अस्थान दे ਜਿਹੜੇ ਲੜੀਵਾਰ विसाखी ਨੂੰ संबंधित ਜਿਹੜੇ दीवान सज रहे ने ना, अज दूजा दीवान है। पंथ के किन्ने महान कीर्तनीय ते मेरे वर्गे गरीब नूं इन्हां ने सद्या इंडिया तो काहदे वास्ते? जे असी रल के परिवार रूप दे विच गुरु की किरपा ही ना लै सके तो साडे आने का कोई लाभ नहीं। आओ गुरु की किरपा दे नाल जुड़ीए। एक विचार आरंभ हुई सी अमृत की, क्योंकि जो विसाखी की गल करते हैं तो सिख ने अमृत के नाल भी जुड़ना। तो अमृत लफज चार अखरां नूं जोड़ के बनया, ऐड़ा ममा ररा ते तता। गुरदेव पातशाह की किरपा के नाल कल के दीवान दे विच ऐड़े की विचार चली सी, जिन्ना कुछ समा तुसां बख्शिया। ऐड़े तो आत्मक अडोलता, ये अमृत का बड़ा वड्डा गुण जे। जिन्हों ने अमृत पान किया है, गुरु ने उन्होंने आत्मक अडोलता बख्शी है। वो फिर डोलते नहीं, क्योंकि वो अडोल नाल जुड़ जाते हैं, वो निरभव निर्वैर नाल जुड़ जाते हैं। तो अज दूजे अखर की विचार सतगुरु सीस ते हथ रखण ते तुसीं असीस देना, क्योंकि 8वें पातशाह की छड़ी तो बिना कथा कीर्तन नहीं हो सकता। कोई मनुख दावा नहीं कर सकता कि मैं गुरु की उस्तत की या गुरु की उस्तत करन जोगा। हाँ आपों बोल ना जानदा, मैं कहिया सब हुक्माओ जियो, उस सच्चे की किरपा है। वो किरपा तो बिना कुछ भी नहीं। साध संगत जी, अमृत का दूजा अखर बड़ी डूंगी विचार जे। अज पल्ले बनना, भावना दियां डायरियां खोल लो तो शरदा की कलम नाल लिख लो, जीवन में बड़ा काम आएगा। अपने बच्चों नूं दस सकांगे, जेड़े गवांढी तुहाडे नहीं आए उन्होंने दस सकांगे अमृत है कि अमृत केवल मिठा पानी नहीं, अमृत केवल पतासियां का घोलिया होया जल नहीं। अमृत एक कलगीधर पातशाह का सिद्धांत है। वो है अखर अमृत का दूजा ममा, मुक्ति का मार्ग। ते मुक्ति दे कौन सकता? एक बड़ा बड़ा सवाल है। मुक्ति बाजारों नहीं जे मिलती। तुसीं कहो मैं $10 दें, $100 दें तो मुक्ति लिया वा भाईया जरा किलो मुक्ति दई। ये मुक्ति बाजारों नहीं जे मिलती। ये मुक्ति मिलनी कितों है? ये मुक्ति मिलनी जे केवल ते केवल गुरु ग्रंथ साहब के चरणों चों, ये केवल मिलनी जे 10 पातशाहियां के चरणों चों। क्योंकि जेड़ा आप मुकत है ना, वही किसी दूजे नूं मुक्ति दे सकता। अब बाबे मिश्री का प्रसाद तो दे सकते हैं, पतासे तो बन सकते हैं, मुक्ति नहीं दे सकते। जेड़े आप अपनी हिफाजत वास्ते 10-10 गनमैन लई फिरते हैं, वो सानू की मुक्त करनगे। मैं एक बाबे नूं पुछ लिया, मैं कहा
ਤੁਹਾਡੇ ਆਲੇ ਦੁਆਲੇ ਬੜਾ ਘੇਰਾ। ਮੈਂ ਕਿਹਾ ਬੜੇ ਗਨਮੈਨ ਲਈ ਫਿਰਦੇ ਹੋ, ਕੀ ਗੱਲ? ਕਹਿੰਦਾ ਜੀ ਕੋਈ ਖਾੜਕੂ ਠਾਂ ਠਾਂ ਨਾ ਕਰ ਜਾਵੇ। ਤੇ ਮੈਂ ਕਿਹਾ ਤੁਸੀਂ ਵੱਡੇ ਹੋਏ ਕਿ ਉਹ ਵੱਡੇ ਜਿਹੜੇ ਠਾਂ ਠਾਂ ਕਰਨ ਦਾ ਜਿਨ੍ਹਾਂ ਤੋਂ ਡਰ ਹੈ? ਜੇ ਤੁਸੀਂ ਵੀ ਉਹਨਾਂ ਤੋਂ ਡਰਦੇ ਹੋ ਫਿਰ ਤੁਸੀਂ ਕਾਹਦਾ ਮੁਕਤ ਹੋਣ ਦਾ ਦਾਅਵਾ ਕਰਦੇ ਹੋ? ਤੁਸੀਂ ਤੇ ਅਜੇ ਆਪਣੇ ਚੋਲਿਆਂ ਦੇ ਪ੍ਰੇਮ ਵਿੱਚੋਂ ਹੀ ਬਾਹਰ ਨਹੀਂ ਨਿਕਲੇ, ਚੇਲਿਆਂ ਤੋਂ ਹੀ ਬਾਹਰ ਨਹੀਂ ਨਿਕਲੇ। ਸਾਰੇ ਬਾਬੇ ਮਾੜੇ ਨਹੀਂ, ਜਿਨ੍ਹਾਂ ਨੇ ਨਾਮ ਜਪਿਆ ਤੇ ਨਾਮ ਜਪਾਇਆ ਉਹਨਾਂ ਦੀ ਦਾਸ ਵੀ ਇੱਜ਼ਤ ਸਤਿਕਾਰ ਕਰਦਾ ਹੈ। ਤੇ ਮੇਰੇ ਪਿਤਾ ਗੁਰਦੇਵ ਵੀ ਬਚਨ ਕਰਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰੈ ਨਾਮ ਜਪਾਵੇ। ਜਿਨ੍ਹਾਂ ਨੇ ਜੀਵਨ ਵਿੱਚ ਇਸ ਜੁਗਤ ਨੂੰ ਪਛਾਣਿਆ, ਨਾਮ ਜਪਿਆ ਤੇ ਦੁਨੀਆ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਐਸੇ ਮਹਾਂਪੁਰਸ਼ ਧਨ ਨੇ। ਬੇਨਤੀ ਕਰ ਰਿਹਾ ਸਾਂ ਕਿ ਮੁਕਤੀ ਕਿੱਥੋਂ ਮਿਲਣੀ ਹੈ? ਪੁੱਛੀਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ। ਤੇ ਪਿਤਾ ਜੀ ਕਹਿੰਦੇ ਨੇ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਆ ਜਿਹੜੇ ਚਰਨਾਂ 'ਚ ਬੈਠੇ ਹੋ, ਕੇਵਲ ਮੁਕਤੀ ਇਸੇ ਨੇ ਕਰਨੀ ਨੇ, ਕਿਸੇ ਦੂਜੇ ਨੇ ਨਹੀਂ। ਹੁਣ ਸਵਾਲ ਹੈ ਕਿ ਮੁਕਤੀ ਹੈ ਕੀ? ਜੇ ਸਮਾਂ ਬਚਿਆ ਤੇ ਮੁਕਤੀ ਦਾ ਮਮਾ ਕੱਕਾ ਤੱਤਾ ਸਾਂਝਾ ਕਰਾਂਗੇ। ਮੁਕਤੀ ਦੇ 3 ਬੜੇ ਵੱਡੇ ਇਹਨਾਂ ਅੱਖਰਾਂ ਵਿੱਚੋਂ ਭੇਤ ਨੇ। ਮੈਂ ਸਮਾਂ ਬਚਿਆ ਤਾਂ ਕਿਹਾ ਕਿਉਂਕਿ ਮੁਕਤੀ ਨੂੰ ਸਮਝਣਾ ਜ਼ਰੂਰੀ ਹੈ। ਕਈ ਭੈਣਾਂ ਮੰਗਲਵਾਰ ਦੇ ਵਰਤ ਵਿੱਚੋਂ ਹੀ ਮੁਕਤੀ ਲੱਭਦੀਆਂ। ਕਈ ਆਖਦੇ ਵੀ ਸ਼ਨੀਵਾਰ ਨੂੰ ਛੋਲੇ ਲੈ ਜਾਈਏ ਗੁਰੂ ਦੇ ਦੁਆਰੇ, ਸ਼ਾਇਦ ਮੁਕਤ ਹੋ ਜਾਈਏ। ਕਾਲੇ ਛੋਲਿਆਂ 'ਚੋਂ ਮੁਕਤੀ ਨਹੀਂ ਜੇ ਲੱਭਣੀ, ਭੁੱਖੇ ਰਿਹਾ ਮੁਕਤ ਨਹੀਂ ਜੇ ਹੋਣਾ। ਤੇ ਜੇ ਮੁਕਤੀ ਲੱਭਣੀ ਹੈ ਫਿਰ ਕੀ ਕਰੀਏ? ਪੁੱਛੋ ਗੁਰੂ ਨਾਨਕ ਸਾਹਿਬ ਤੋਂ, ਕਿਉਂਕਿ ਗੁਰੂ ਨਾਨਕ ਸਾਹਿਬ ਸਾਡੇ ਆਦਿ ਗੁਰੂ ਨੇ। ਬਾਬਾ ਜੀ ਸੰਸਾਰ ਤੇ ਇਹਨਾਂ ਭਰਮ ਭੁਲੇਖਿਆਂ 'ਚ ਫਸਿਆ ਇਸ ਇੱਛਾ ਦੇ ਨਾਲ ਕਿ ਸ਼ਾਇਦ ਮੁਕਤ ਹੋ ਜਾਵਾਂ। ਤੇ ਬਾਬਾ ਜੀ ਇੱਕ ਬਚਨ ਕਰਦੇ ਜੇ, ਗੁਰੂ ਨਾਨਕ ਸਾਹਿਬ ਦਾ ਬਚਨ ਹੈ। ਸਤਿਗੁਰੂ ਫਰਮਾਉਂਦੇ ਨੇ, ਨਾ ਭੀਜੈ ਰਾਗੀ ਨਾਦੀ ਬੇਦ। ਭੀਜਣਾ ਕਹਿੰਦੇ ਨੇ ਪ੍ਰਸੰਨ ਹੋਣਾ, ਖੁਸ਼ ਹੋਣਾ। ਕਹਿੰਦੇ ਉਹ ਪਰਮਾਤਮਾ ਇਹਨਾਂ ਗੱਲਾਂ ਨਾਲ ਖੁਸ਼ ਨਹੀਂ ਹੁੰਦਾ, ਨਾ ਭੀਜੈ। ਹੁਣ ਕਿਸੇ ਨੇ ਪੁੱਛਿਆ ਜੀ ਉਹ ਕਿਹੜੀਆਂ ਗੱਲਾਂ ਨੇ, ਕਿਹੜੇ ਕਰਮ ਨੇ ਜਿਨ੍ਹਾਂ ਤੋਂ ਪਰਮਾਤਮਾ ਖੁਸ਼ ਨਹੀਂ ਹੁੰਦਾ? ਤੇ ਗੁਰੂ ਨਾਨਕ ਸਾਹਿਬ ਨੇ ਇੱਕ ਬੜੀ ਲੰਮੇਰੀ ਲਿਸਟ ਸਾਡੇ ਸਾਹਮਣੇ ਰੱਖ ਦਿੱਤੀ। ਗੁਰੂ ਕਿਆ ਸਿੱਖਿਆ, ਇਹ ਵਿਚਾਰ ਕਰ ਲੈ, ਇਹਨਾਂ ਗੱਲਾਂ ਤੋਂ ਰੱਬ ਨੇ ਖੁਸ਼ ਨਹੀਂ ਹੋਣਾ, ਗੁਰੂ ਦੀ ਖੁਸ਼ੀ ਵੀ ਨਹੀਂ ਮਿਲਣੀ। ਹੁਣ ਉਹਨਾਂ ਦੀ ਜੇ ਮੈਂ ਵਿਚਾਰ ਕਰਾਂ ਨਾ, ਸਮਾਂ ਬਹੁਤ ਲੱਗ ਜਾਏਗਾ, ਕੇਵਲ ਬੋਲ ਕੇ ਲੰਘਾਂ, ਕਿਉਂਕਿ ਮੁਕਤੀ ਦੀ ਵਿਚਾਰ ਹੈ ਤੁਹਾਡੇ ਨਾਲ ਸਾਂਝੀ ਕਰਨੀ, ਅੰਮ੍ਰਿਤ ਦਾ ਦੂਜਾ ਅੱਖਰ। ਹੁਣ ਲਿਸਟ ਦੇਖਣਾ ਗੁਰੂ ਨਾਨਕ ਸਾਹਿਬ ਨੇ ਕਿੰਨੀ ਡਿਟੇਲ ਦੇ ਵਿੱਚ ਸਾਨੂੰ ਸਮਝਾਈ ਹੈ। ਬਾਬਾ ਜੀ ਕਹਿੰਦੇ ਨਾ ਭੀਜੈ, ਇਹ ਅੱਖਰ ਬਾਰ-ਬਾਰ ਆਉਣਾ ਜੇ ਇਸ ਸ਼ਬਦ ਦੇ ਵਿੱਚ, ਇਸ ਕਰਕੇ ਸਮਝ ਲੈਣਾ ਭੀਜਣ ਦਾ ਮਤਲਬ ਪ੍ਰਸੰਨ ਹੋਣਾ, ਖੁਸ਼ ਹੋਣਾ। ਰੱਬ ਨਹੀਂ ਭੀਜਦਾ, ਪ੍ਰਸੰਨ ਨਹੀਂ ਹੁੰਦਾ। ਕਿੰਨਾ ਗੱਲਾਂ ਤੇ ਪ੍ਰਸੰਨ ਨਹੀਂ ਹੁੰਦਾ? ਨਾ ਭੀਜੈ ਰਾਗੀ ਨਾਦੀ ਬੇਦ, ਨਾ ਭੀਜੈ ਸੁਰਤੀ ਗਿਆਨੀ ਜੋਗ, ਨਾ ਭੀਜੈ ਸੋਗੀ ਕੀਤੇ ਰੋਜ, ਨਾ ਭੀਜੈ ਰੂਪੀ ਮਾਲੀ ਰੰਗ, ਨਾ ਭੀਜੈ ਤੀਰਥ ਭਵਿਆ ਨੰਗ, ਨਾ ਭੀਜੈ ਦਾਤੀ ਕੀਤੇ ਪੁੰਨ, ਨਾ ਭੀਜੇ ਬਾਹਰ ਬੈਠਿਆਂ ਸੁਨ, ਨਾ ਭੀਜੈ ਭੇੜ ਮਰੈ ਪਿੜ ਸੂਰ, ਨਾ ਭੀਜੈ ਕੇਤੇ ਹੋਵੈ ਧੂੜ। ਕਮਾਲ ਹੈ ਬਾਬਾ ਜੀ, ਇਹ ਉਹ ਕਰਮ ਤੇ ਅਸੀਂ ਕਰਦੇ ਹਾਂ ਤੇ ਤੁਸੀਂ ਕਹਿੰਦੇ ਹੋ ਇਹਨਾਂ ਤੇ ਸਾਡੀ ਪ੍ਰਸੰਨਤਾ ਨਹੀਂ। ਪਹਿਲੀ ਪੰਕਤੀ ਤੇ ਗੌਰ ਕਰਨਾ, ਨਾ ਭੀਜੈ ਰਾਗੀ ਨਾਦੀ ਬੇਦ। ਬਾਬਾ ਜੀ ਇੱਕ ਪਾਸੇ ਤੁਹਾਡੀ ਬਾਣੀ ਪੁਕਾਰ ਪੁਕਾਰ ਕੇ ਸਮਝਾਉਂਦੀ ਏ, ਤਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਹੇ। ਤੁਹਾਡੀ ਬਾਣੀ ਪੁਕਾਰ ਪੁਕਾਰ ਕੇ ਉਪਦੇਸ਼ ਦਿੰਦੀ ਏ, ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਕੀਰਤਨ ਭਗਤੀ ਜਿਹੜੀ ਹੈ ਮੁੱਖ ਭਗਤੀ ਹੈ, ਤੇ ਤੁਸੀਂ ਕਹਿੰਦੇ ਜਿਹੜੇ ਰਾਗਾਂ ਦੀ ਜਾਣਕਾਰੀ ਰੱਖਦੇ ਨੇ ਮੈਂ ਉਹਨਾਂ ਤੋਂ ਪ੍ਰਸੰਨ ਹੀ ਨਹੀਂ। ਨਾ ਭੀਜੈ ਰਾਗੀ, ਜਿਹੜੇ ਬਹੁਤੇ ਰਾਗਾਂ ਦੀ ਜਾਣਕਾਰੀ ਰੱਖਦੇ ਨੇ, ਕੀਰਤਨੀ ਹੈ, ਨਾਦ ਨਾਦ ਵਜਾਉਣ ਵਾਲੇ, ਵੇਦ ਵੇਦਾਂ ਦੀ ਕਥਾ ਕਰਨ ਵਾਲੇ,
ਬਾਬਾ ਜੀ ਪ੍ਰਚਾਰਕਾਂ ਤੇ ਰਾਗੀਆਂ ਤੇ ਤੁਹਾਡੀ ਕੋਈ ਪ੍ਰਸੰਨਤਾ ਨਹੀਂ। ਸਤਿਗੁਰੂ ਕਹਿੰਦੇ ਨੇ ਜੇ ਕੇਵਲ ਕੋਈ ਰਾਗਾਂ ਦੀ ਜਾਣਕਾਰੀ ਰੱਖੇ, ਸੁੰਦਰ ਅਲਾਪ ਲਗਾਵੇ, ਪਰ ਜੇ ਉਹਦੇ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਨਹੀਂ, ਉਹ ਰਾਗੀ ਨਹੀਂ, ਉਹ ਕੇਵਲ ਗਵਈਆ, ਉਹ ਕੇਵਲ ਗਵਈਆ। ਤੇ ਗਵਈਆ ਕੋਈ ਵੀ ਹੋ ਸਕਦਾ। ਸਤਿਗੁਰੂ ਫਰਮਾਉਂਦੇ ਨੇ ਜਿਨ੍ਹਾਂ ਦੇ ਅੰਦਰ ਪ੍ਰੀਤ ਨਹੀਂ ਪਰਮੇਸ਼ਵਰ ਦੇ ਪ੍ਰਤੀ, ਜਿਨ੍ਹਾਂ ਦੇ ਅੰਦਰ ਸਿਮਰਨ ਨਹੀਂ ਵਾਹਿਗੁਰੂ ਗੁਰਮੰਤਰ ਦਾ, ਭਾਵੇਂ ਬੜੀਆਂ ਵੱਡੀਆਂ ਸਟੇਜਾਂ ਦੇ ਕੀਰਤਨ ਬੜਾ ਸੁੰਦਰ ਕਰਦੇ ਨੇ, ਬੜੇ ਅਲਾਪ ਲਗਾਉਂਦੇ ਨੇ, ਕਥਾ ਬੜੀ ਕਮਾਲ ਦੀ ਕਰਦੇ ਨੇ, ਦੁਨੀਆ ਉਹਨਾਂ ਨੂੰ ਸੁਣਨਾ ਚਾਹੁੰਦੀ ਹੈ, ਪਰ ਜੇ ਉਹਨਾਂ ਦੇ ਆਪਣੇ ਜੀਵਨ ਵਿੱਚ ਨਿਤਨੇਮ ਸ਼ਾਮਲ ਨਹੀਂ, ਜੇ ਉਹਨਾਂ ਦੇ ਆਪਣੇ ਜੀਵਨ ਵਿੱਚ ਗੁਰਮੰਤਰ ਦਾ ਜਾਪ ਸ਼ਾਮਲ ਨਹੀਂ, ਜੇ ਉਹਨਾਂ ਦੇ ਆਪਣੇ ਜੀਵਨ ਵਿੱਚ ਗੁਰੂ ਦਾ ਉਪਦੇਸ਼ ਸ਼ਾਮਲ ਨਹੀਂ, ਬਾਬਾ ਜੀ ਕਹਿੰਦੇ ਕੋਈ ਗਾਵੈ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰ ਨਹੀਂ ਹਰ ਹਰ ਪੀਜੇ RAM ਰਾਜੇ। 16ਵਾਂ ਛੱਕਾ ਜੇ ਆਸਾ ਕੀ ਵਾਰ ਦਾ। ਬਾਬਾ ਜੀ ਕਹਿੰਦੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾ ਰੋਏ ਕਿਆ ਕੀਜੇ। ਕਹਿੰਦੇ ਜਿਹੜੇ ਕੇਵਲ ਗਾਉਂਦੇ ਨੇ ਪਰ ਅੰਦਰ ਸ਼ਰਧਾ ਨਹੀਂ, ਬਾਬਾ ਜੀ ਕਹਿੰਦੇ ਅਸਲ ਵਿੱਚ ਉਹ ਰੋਂਦੇ ਨੇ। ਤਿਨਾ ਰੋਏ ਕਿਆ ਕੀਜੇ, ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੇ। ਕਹਿੰਦੇ ਉਹ ਸਭ ਜਾਣਦਾ ਕਿਹਦੇ ਅੰਦਰ ਕਿੰਨੀ ਭਾਵਨਾ। ਇੱਥੇ ਭਾਵਨਾ ਵਾਲਾ, ਇੱਥੇ ਸ਼ਰਧਾ ਵਾਲਾ ਪ੍ਰਵਾਨ ਹੈ। ਕੱਲ ਵੀ ਬੇਨਤੀ ਕੀਤੀ ਸੀ, ਸ਼ਰਧਾ ਬਿਨਾ ਨਹੀਂ ਸਰਦਾ। ਤੁਸੀਂ ਗੁਰੂ ਘਰ ਆਉਂਦੇ ਹੋ, ਨਮਸਕਾਰ ਕਰਦੇ ਹੋ, ਪਰਿਕਰਮਾ ਕਰਦੇ ਹੋ, ਚੌਰ ਕਰਦੇ ਹੋ, ਮੁਬਾਰਕ ਹੈ, ਪਰ ਜੇ ਪੱਲੇ ਸ਼ਰਧਾ ਦਾ ਧਨ ਨਹੀਂ, ਬਾਬਾ ਜੀ ਕਹਿੰਦੇ ਸ਼ਰਧਾ ਬਿਨਾ ਨਹੀਂ ਸਰਦਾ। ਇਸ ਲਈ ਜੇ ਕੋਈ ਕੀਰਤਨੀਆ, ਕਥਾਵਾਚਕ, ਵਿਚਾਰਵਾਨ, ਪ੍ਰਚਾਰਕ, ਵਿਦਵਾਨ ਹੈ ਨਾ, ਤੇ ਉਹਦੇ ਜੀਵਨ ਵਿੱਚ ਵੀ ਨਾਮ ਸ਼ਾਮਲ ਹੋਵੇ। ਕੇਵਲ ਉਪਦੇਸ਼ ਦੇਣਾ ਵੱਡੀ ਗੱਲ ਨਹੀਂ, ਉਸ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਕਮਾਉਣਾ ਨਹੀਂ। ਤਾਂ ਬਾਬਾ ਜੀ ਕਹਿੰਦੇ ਨਾ ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਅੱਜ ਪ੍ਰਚਾਰ ਦੇ ਨਾਂ ਤੇ ਸਿੱਖੀ ਦਾ ਕਰੋੜਾਂ ਨਹੀਂ ਅਰਬਾਂ ਰੁਪਈਆ ਖਰਚ ਹੋ ਰਿਹਾ, ਪਰ ਫਿਰ ਵੀ ਸਿੱਖੀ ਦਾ ਘਾਣ, ਕਿਉਂਕਿ ਸਟੇਜਾਂ ਤੋਂ ਗੱਲਾਂ ਕਰਨ ਵਾਲੇ ਮੇਰੇ ਵਰਗੇ ਸਾਰੇ, ਮੈਂ ਸਾਰਿਆਂ ਦੀ ਗੱਲ ਤੇ ਨਹੀਂ ਕਰਦਾ, ਜਿਹੜੇ ਚੰਗੇ ਨੇ ਮੈਂ ਨਮਸਕਾਰ ਕਰਨਾ, ਪਰ ਮੇਰੇ ਵਰਗੇ ਲੂਣ ਹਰਾਮੀ ਜਿਹੜੇ ਕੇਵਲ ਗੱਲਾਂ ਕਰਦੇ ਨੇ ਪਰ ਆਪ ਨਹੀਂ ਕਮਾਉਂਦੇ ਗੁਰੂ ਕੇ ਬਚਨ ਨੂੰ, ਉਹਨਾਂ ਦੇ ਕਹੇ ਦਾ ਅਸਰ ਨਹੀਂ ਜੇ ਹੋਣਾ। ਇੱਕ ਬੇਨਤੀ ਕਰਾਂ, ਜਦੋਂ ਤੁਸੀਂ ਸਰੋਤੇ ਬਣ ਕੇ ਸੰਗਤ ਵਿੱਚ ਬੈਠਦੇ ਹੋ, ਕੋਈ ਕੀਰਤਨੀਆ ਜਾਂ ਕਥਾਵਾਚਕ, ਜੇ ਉਹਦੀ ਗੱਲ ਸੁਣ ਕੇ ਤੁਹਾਡੇ ਅੰਦਰ ਮਨ ਭਿੱਜਦਾ ਨਾ, ਤੁਹਾਡੇ ਅੰਦਰ ਚਿੱਤ ਚਾਉ ਘਨੇਰਾ ਹੁੰਦਾ, ਤੁਹਾਡੇ ਅੰਦਰ ਸਿੱਖੀ ਦਾ ਵੱਲ ਕਦਮ ਪੁੱਟਣ ਦਾ ਚਿੱਤ ਕਰਦਾ, ਜੇ ਉਹਦੀ ਅਸਰ, ਉਹਦੀਆਂ ਗੱਲਾਂ ਦਾ ਅਸਰ ਤੁਹਾਡੇ ਤੇ ਹੁੰਦਾ, ਸਮਝ ਲੈਣਾ ਉਹ ਨਿਤਨੇਮੀ ਹੈ, ਉਹ ਜੀਵਨ ਵਾਲਾ। ਤੇ ਜੇ ਉਹਦੀਆਂ ਗੱਲਾਂ ਦਾ ਅਸਰ ਨਹੀਂ ਨਾ ਹੁੰਦਾ, ਫਿਰ ਸਮਝ ਲੈਣਾ ਉਹ ਮੇਰੇ ਵਰਗਾ ਨਿਕੰਮਾ ਹੀ ਹੈ। ਕਿਉਂਕਿ ਅੱਜ ਗੱਲਾਂ ਕਰਨ ਵਾਲੇ ਬੜੇ ਨੇ, ਹੈਨ ਵਿਰਲੇ ਨਾਹੀਂ ਘਣੇ ਫੈਲ ਫੱਕੜ ਸੰਸਾਰ। ਉਹ ਵਿਰਲੇ ਨੇ ਜਿਹੜੇ ਗੁਰੂ ਦੀ ਗੱਲ ਵੀ ਕਰਦੇ ਨੇ ਤੇ ਜੀਵਨ ਵਿੱਚ ਵੀ ਕਮਾਉਂਦੇ ਨੇ। ਐਸੇ ਗੁਰਮੁਖਾਂ ਦੀ ਚਰਨ ਧੂੜੀ ਮਸਤਕ ਤੇ ਲਾਈਏ, ਐਸੇ ਗੁਰਮੁਖਾਂ ਦੀ ਸੰਗਤ ਕਰੀਏ ਜਿਨ੍ਹਾਂ ਦੇ ਜੀਵਨ ਵਿੱਚ ਨਿਤਨੇਮ। ਵੈਸੇ ਮੈਂ ਸਬਜੈਕਟ ਤੋਂ ਬਾਹਰ ਨਹੀਂ ਜਾਣਾ, 5 ਪੱਪੇ ਕੌਮ ਨੂੰ ਢਾਹ ਲਾ ਰਹੇ ਜੇ, ਥੋੜਾ ਜਿਹਾ ਕੌੜਾ ਸੱਚ ਹੈ, ਪਰ ਦਾਸ ਹਰ ਵੱਡੀ ਸਟੇਜ ਤੋਂ ਬਿਆਨ ਕਰਦਾ। ਕੇਵਲ 2 ਮਿੰਟ ਦੇ ਵਿੱਚ ਬੋਲ ਕੇ ਲੰਘਾਂ, ਗੱਲਾਂ ਹੋਰ ਵੀ ਬੜੀਆਂ ਕਰਨੀਆਂ ਨੇ। 5 ਪੱਪੇ। ਪਹਿਲਾ ਪੱਪਾ ਪ੍ਰਚਾਰਕ। ਇੱਕ ਪ੍ਰਚਾਰਕ ਹੋਣ ਦੇ ਨਾਤੇ ਮੈਂ ਆਪਣੇ ਤੋਂ ਸ਼ੁਰੂ ਕਰਾਂ, ਦੂਜੇ ਦੀ ਗੱਲ ਕਰਨੀ, ਦੂਜੇ ਤੇ ਉਂਗਲ ਚੁੱਕਣੀ ਬੜੀ ਸੌਖੀ ਹੈ। ਬਾਬਾ ਜੀ ਕਹਿੰਦੇ ਪ੍ਰਥਮੇ ਮਨ ਪ੍ਰਭੋ ਦੇ ਆਪਣਾ ਪਾਛੇ ਅਵਰ ਰਿਝਾਵੇ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਅੱਜ ਪ੍ਰਚਾਰਕ ਵਰਗ ਨੇ ਕੌਮ ਨੂੰ ਬੜੀ ਪਿੱਠ ਲਵਾਈ ਜੇ ਕੌਮ ਦੀ। ਇੱਕ ਪ੍ਰਚਾਰਕ ਹੋਣ ਦੇ ਨਾਤੇ ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ। ਸਾਧ ਸੰਗਤ ਜੀ, ਜੇ ਪ੍ਰਚਾਰਕ ਦਾ ਜੀਵਨ ਨਹੀਂ, ਜੇ ਪ੍ਰਚਾਰਕ ਦੇ ਆਪਣੇ ਜੀਵਨ ਵਿੱਚ ਨਿਤਨੇਮ ਨਹੀਂ, ਬਾਣੀ ਦਾ ਉਮਾਹਾ ਨਹੀਂ, ਨਾਮ ਜਪਣ ਦਾ ਚਾਅ ਨਹੀਂ, ਉਸ ਦੇ ਬਚਨ ਸੰਗਤ ਤੇ ਅਸਰ ਨਹੀਂ ਕਰਨਗੇ, ਸਰੋਤਿਆਂ ਤੇ ਅਸਰ ਨਹੀਂ ਕਰਨਗੇ, ਕਿਉਂਕਿ ਕਹਿਣ ਵਾਲੇ ਦਾ ਆਪਣਾ ਜੀਵਨ ਨਹੀਂ। ਤੇ ਅੱਜ ਬਹੁਤੇ ਪ੍ਰਚਾਰਕ ਜਿਹੜੇ ਮੇਰੇ ਵਰਗੇ ਨੇ ਨਾ, ਕੇਵਲ ਲਿਫਾਫੇ ਵੇਖਦੇ ਨੇ। ਆਪਣੇ ਤਾਂ ਬਰਾਦਰੀ 'ਚ ਕੰਮ ਹੈ ਬੜਾ ਜੇ, ਲਿਫਾਫਾ ਮੋਟਾ ਦੇ ਦਿਓ, ਜੋ ਕਹੋਗੇ ਤੁਹਾਡੀ ਮਰਜ਼ੀ ਦੀ ਗੱਲ ਸਟੇਜ ਤੇ ਕਹਿ ਜਾਵਾਂਗੇ। ਦਾਸ ਉਹਨਾਂ ਵਿੱਚੋਂ ਨਹੀਂ, ਹੱਥ ਜੋੜ ਕੇ ਮਾਫੀ। ਦਾਸ ਡਟ ਕੇ ਕਹਿੰਦਾ ਹਰ ਸਟੇਜ ਤੋਂ,
मैनू भावें अगली वारी ना सदना। तुहाडे कोल प्रचारक बड़े ने, साडे कोल स्टेजां बणीਆਂ ने। मैं प्यो का दिता खाना, किसी बंदे का दिता नहीं जे खाना। ये हर गल हर स्टेज तो कहना होना। दास की गल देसां विदेसां जा रही है चैनल के राही। जे गुरु के चरणों 'च बैठ के भी सच नहीं बोलिया, असीं कित्थे मूँह विखावांगे? जे गुरु के चरणों 'च बैठ के सच नहीं बोलिया, ऐसे प्रचारक कौम नूं ढा ला रहे जे। ਜਿਹੜੇ ਉੱਚੇ ਸੁੱਚੇ ਜੀਵਨ ਵਾਲੇ ਨੇ दास ਉਹਨਾਂ ਨੂੰ ਨਮਸਕਾਰ ਕਰਦਾ, मैं सब ते किंतु नहीं करता। पर बहुते ਜਿਹੜੇ मेरे वर्गे केवल लिफाफे वेखते हैं, माया वेखते हैं, वो फिर सच का प्रचार नहीं कर सकते। तो दूजा पप्पा जे प्रबंधक। दास गुरु घरां दा प्रबंधक भी है इंडिया देहरादून दे विच, सतगुरां दी रहमत दे नाल। ते एक प्रबंधक होने के नाते भी मैं जो इस नज़रिए नाल वेखना, तो साध संगत जी जिन्हां प्रबंधकों का अपना जीवन नहीं ना, वो चाहते हैं साड़ी स्टेज पर भी वही ढिल्लड़ जे प्रचारक आउण, सानू गुरमुख कह जाण, ब्रह्म ज्ञानी कह जाण, गुरसिख कह जाण, ते अपने घरां नूं जाण। प्रचारक प्रबंधकों को खुश करके माया लै जाते हैं, प्रबंधक प्रचारकों को खुश करके भी ठीक है साड़ी बल्ले बल्ले हो गई, तुसीं मैनू चौधरी जी कही जाओ, मैं तुहानू शाह जी कही जावां, पंथ दा की है? पप्पा प्रबंधक सत संगियो सच कह दें, जेड़े प्रबंधक जीवन वाले ने, नितनेमी ने, अमृतधारी ने, वो मान नाल कहंदे ने भाई साहब जी सच बोलियो डट के, असीं तुहाडे नाल हां। ते जेड़े आप शराबी कबाबी ने कहंदे भाई साहब जी साडी स्टेज तो अमृत की गल ना करियो। तुसीं दसो जे असीं इत्थे अमृत की गल नहीं करनी है तो करन की आए हैं? अमृत का व्यापारी होवे क्या मद छूछे भाव तरे। गुरुदेव पातशाह का बचन है, अमृत की सार सोई जाने जे अमृत का व्यापारी जी हो। जेड़े प्रबंधक जे अमृत के व्यापारी नहीं बने, उन्हां दी स्टेजां तो किन्ना कुछ सच का प्रचार होएगा। ये भी कौम नूं बड़ी वड्डी ढाल आ रहे जे। ते तीजा पप्पा पॉलिटिक्स, राजनीति। ते पंजाबी च की कहंदे हो? सियासत। सियासत लफज नूं संधि विछेद करो, वख वख पढ़ो, सैपरेट करके पढ़ो। स्या जमा सत, सच दे उत्ते स्या पाण दा नां, चिक्कड़ पाण दा नां, कालख मल्लण दा नां सियासत बन गया जे। अज सच नूं लुकोया जांदा है, असीं सच दे उत्ते पा पा के बेशकीमती रुमाले इहदी बाणी नूं प्रकाशमान नहीं होण दित्ता, ते गुरु ग्रंथ साहब दे नां ते सियासतां शुरू कर दित्तियां। अज साडी सियासत वेख लो किन्नी गंदी हो गई, स्या जमा सत। जदों ये गल्लां करदे आ, प्रचारक भी नाराज होंदे जे, प्रबंधक भी दास तो नाराज होंदे, ते सियासती बंदे भी दास तो सदा ही खफा रहिंदे ने। पर मैं की करा, मैं प्यो नूं रिझाण आया, मैं किसी बंदे नूं रिझाण नहीं आया। पॉलिटिक्स अज साड़ी बड़ी गंदी हो गई। अज वेखो अकाल तखत साहब के नां ते की कुछ हो रहा है संसार दे विच, साडी सिੱਖੀ दे नाल किहो जिहियां कुछ चालां चलियां जा रही ने। श्री अकाल तखत साहब महान है, पर श्री अकाल तखत साहब के नां ते अज पंथ नूं खेरू खेरू किया गया। अज पंथ दे विच कई प्रकार दी दुविधा खड़ियां कीतियां गईयां। ते साध संगत जी चौथा पप्पा पखंडी बाबे, बहुत डिटेल में बोलिया जा सकता है, समा इजाजत नहीं दे रहा। जिन्हां ने नाम जपिया, दुनिया नूं नाम जपाया, गुरु ग्रंथ साहब नाल जोड़िया, उन्होंने सदा नमस्कार है, उन्हों की शोभा जुग जुग होई, कोई ना मिटन हारा। पर जेड़े धर्म के नां ते पखंड करते हैं, भरम फैलाउंदे ने, अपने नाल जोड़ते हैं, गुरु ग्रंथ साहब नालों तोड़ के डर डरावे दे के आ काम करो नहीं तो रब नाराज हो जाएगा, रब तुहाडा आ नुकसान कर देगा। तुसीं रब नूं कोडा राखश समझिया? तुसीं रब नूं समझिया की होया कि रब जेड़ा साडा पालनहार है, जेड़ा साडा जन्मदाता है, वो साडा आ नुकसान कर देगा। असीं रब दे प्रति नैगेटिव सोच ले आए, इन्हां बाबियां दा काम है। और रब ते साडा प्यो है, मेरा मात पिता हर राया, कर कृपा प्रतिपालन लागा, करी तेरा कराया। पढ़दे आ तुम मात पिता हम बारक तेरे। हुण तुसीं दसो किहड़ा प्यो है, किहड़ी मां जिहड़ी अपने बच्चे का नुकसान करे? उस दी खुशी लेनी है, ना कि उहदे कोलों डरना है। भै भावनी विच जीवना है, डर विच नहीं जीवना। भै भावनी है शरदा दी खेड। असीं समझ लिया रब नूं शायद कोडा राखश है, बड़े वड्डे वड्डे दंद होणगे, पता नहीं हत्थ 'च किहड़ा शस्त्र फड़िया मार देगा सानूं। वो तो सानू पैदा करने वाला है, वो तो साड़ी प्रतिपालना करने वाला है। इत्थे उथे रखवाला प्रभ सतगुर, प्रभ सतगुर दीन दयाला। ऐसे दीन के दयाल माधो दे बारे साडे मन में कई प्रकार के भुलेखे पाते इन्हां पखंडी बाबियां ने।
ਉਸ ਦੀ ਖੁਸ਼ੀ ਲਓ, ਉਹਦੀ ਗੋਦ ਦਾ ਆਨੰਦ ਮਾਣੋ। ਮਾਫੀ ਦੇਣਾ, ਸਾਨੂੰ ਗੁਰੂ ਦੀ ਗੋਦ ਚੰਗੀ ਨਹੀਂ ਲੱਗਦੀ, ਗੱਦੀ ਚੰਗੀ ਲੱਗਦੀ ਹੈ। ਅਸੀਂ ਗੋਦ ਤੋਂ ਉੱਠ ਕੇ ਗੱਦੀ 'ਤੇ ਜਾ ਕੇ ਬਹਿਣਾ ਚਾਹੁੰਦੇ ਹਾਂ। ਅਤੇ ਜਿਨ੍ਹਾਂ ਨੇ ਗੁਰੂ ਦੀ ਗੋਦ ਦਾ ਆਨੰਦ ਮਾਣਿਆ ਉਹ ਧਰਮੀ ਬਣ ਗਏ, ਅਤੇ ਜਿਹੜੇ ਗੱਦੀਆਂ 'ਤੇ ਬਹਿ ਕੇ ਫਿਰ ਤੁਸੀਂ ਜਾਣਦੇ ਹੀ ਹੋ, ਉਸੇ ਗੁਰੂ ਦੇ ਘਰ 'ਤੇ ਹਮਲਾਵਰ ਬਣ ਕੇ ਆ ਗਏ। ਪਹਿਲਾ ਪੱਪਾ ਪ੍ਰਚਾਰਕ, ਦੂਜਾ ਪੱਪਾ ਪ੍ਰਬੰਧਕ, ਤੀਜਾ ਪੱਪਾ ਪੋਲੀਟਿਕਸ, ਚੌਥਾ ਪੱਪਾ ਪਖੰਡੀ ਬਾਬੇ, ਅਤੇ ਪੰਜਵਾਂ ਪੱਪਾ ਪਰਿਵਾਰ। ਆ ਹੁਣ ਸਾਡੇ 'ਤੇ ਗੱਲ ਆ ਗਈ ਜੇ, ਜਿਹੜੇ ਬੜੇ ਖੁਸ਼ ਹੋ ਕੇ ਸੁਣ ਰਹੇ ਹੋ, ਹੁਣ ਧਿਆਨ ਨਾਲ ਰੱਖਣਾ, ਅਸੀਂ ਵੀ ਦੋਖੀ ਹਾਂ। ਜੇ ਮਾਪੇ ਨਿੱਕੇ ਹੁੰਦਿਆਂ ਤੋਂ ਆਪਣੇ ਬੱਚਿਆਂ ਨੂੰ ਊੜੇ ਐੜੇ ਨਾਲ ਨਹੀਂ ਜੋੜਨਗੇ, ਮੂਲ ਮੰਤਰ ਨਾਲ ਨਹੀਂ ਜੋੜਨਗੇ, ਜਪਜੀ ਨਾਲ ਨਹੀਂ ਜੋੜਨਗੇ, ਤੇ ਮਾਪੇ ਵੀ ਉਨੇ ਹੀ ਜ਼ਿੰਮੇਵਾਰ ਨੇ ਜੇ ਬੱਚਾ ਉਹਨਾਂ ਦਾ ਪਤਤ ਹੋਏਗਾ। ਜੇ ਬਚਪਨ ਵਿੱਚ ਊੜਾ ਨਹੀਂ ਸੰਭਾਲਿਆ ਤੇ ਜਵਾਨੀ ਵਿੱਚ ਜੂੜਾ ਕਿਵੇਂ ਸੰਭਾਲੋਗੇ? ਇਸ ਕਰਕੇ ਮਾਪੇ ਵੀ ਉਨੇ ਜ਼ਿੰਮੇਵਾਰ ਨੇ। ਇਹ ਠੇਕਾ ਕੋਈ ਪ੍ਰਚਾਰਕਾਂ ਤੇ ਪ੍ਰਬੰਧਕਾਂ ਨੇ ਨਹੀਂ ਲਿਆ ਤੁਹਾਡੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦਾ ਤੇ ਗੁਰੂ ਨਾਲ ਜੋੜਨ ਦਾ, ਤੁਹਾਡੀ ਆਪਣੀ ਵੀ ਜ਼ਿੰਮੇਵਾਰੀ ਹੈ। ਆਪਣੇ ਤੋਂ ਸ਼ੁਰੂ ਕਰੋ, ਪ੍ਰਬੰਧਕ ਤੇ ਪ੍ਰਚਾਰਕ ਸਦਾ ਤੁਹਾਡੇ ਨਾਲ ਨੇ। ਜੇ ਕਹਿੰਦੇ ਆ ਜੀ ਬੱਚੇ ਨੂੰ ਪੰਜਾਬੀ ਪੜ੍ਹਾਓ, ਆਖਦੇ ਨੇ ਜੀ ਅਜੇ ਤੇ ਪੜ੍ਹਾਈਆਂ ਹੁਣ ਹੋਰ ਸਕੂਲ ਜਾਏਗਾ, ਯਾਨੀ ਕਿ ਇਹ ਜ਼ਰੂਰੀ ਨਹੀਂ, ਅਸੀਂ ਸੈਕੰਡਰੀ ਰੱਖਿਆ ਪੰਜਾਬੀ ਨੂੰ। ਇਹ ਸਾਡੀ ਮਾਂ ਬੋਲੀ ਹੈ। ਤੇ ਇੱਕ ਗੱਲ ਕਹਿ ਦਿਆਂ, ਗੁਰਮੁਖੀ ਇਸ ਸੰਸਾਰ ਦੀ ਸਭ ਤੋਂ ਕੀਮਤੀ ਭਾਸ਼ਾ ਹੈ। ਤੁਸੀਂ ਕਹੋਗੇ ਭਾਈ ਬਲਵਿੰਦਰ ਸਿੰਘ ਨੇ ਕਿਵੇਂ ਦਾਅਵਾ ਕਰਤਾ ਕਿ ਬਾਕੀ ਭਾਸ਼ਾਵਾਂ ਮਾੜੀਆਂ ਨੇ? ਨਹੀਂ, ਸਾਰੀਆਂ ਚੰਗੀਆਂ ਨੇ, ਪਰ ਗੁਰਮੁਖੀ ਇਸ ਕਰਕੇ ਸਭ ਤੋਂ ਕੀਮਤੀ ਭਾਸ਼ਾ ਹੈ ਕਿਉਂਕਿ ਇਸ ਲੈਂਗੁਏਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਹੋਈ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਬਾਣੀ ਦਰਜ ਹੈ ਉਸ ਤੋਂ ਉੱਚੀ ਨਹੀਂ ਜੇ ਕੋਈ ਹੋ ਸਕਦੀ। ਇਸ ਕਰਕੇ ਗੁਰਮੁਖੀ ਸਾਡੀ ਸ਼ਾਨ ਹੈ, ਗੁਰਮੁਖੀ ਸਾਡੀ ਮਾਂ ਬੋਲੀ ਹੈ, ਸਾਡੀ ਮਦਰ ਟੰਗ ਹੈ। ਆਪ ਵੀ ਬੋਲਿਆ ਕਰੋ, ਬੱਚਿਆਂ ਨੂੰ ਵੀ ਪੜ੍ਹਾਇਆ ਕਰੋ। ਬਚਪਨ ਤੋਂ ਬੱਚੇ ਨੂੰ ਜਪਜੀ ਦੇ ਨਾਲ ਜੋੜੋ, ਨਹੀਂ ਤੇ ਵੱਡਾ ਹੋ ਕੇ ਜੇ ਬੱਚਾ ਮਨਮਤੀਆ ਹੋ ਗਿਆ, ਕਿਸੇ ਦੂਜੇ ਪਾਸੇ ਟੁਰ ਪਿਆ, ਤੇ ਮਾਂ ਪਿਓ ਵੀ ਜ਼ਿੰਮੇਵਾਰ ਨੇ। ਕੇਵਲ ਪ੍ਰਬੰਧਕਾਂ ਤੇ ਪ੍ਰਚਾਰਕਾਂ ਦੇ ਦੋਸ਼ ਨਾ ਲਾਓ। ਦਦੇ ਦੋਸ਼ ਨਾ ਦੇਈ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਜੇ ਬਚਪਨ ਤੋਂ ਮਾਂ ਨੇ ਬੱਚੇ ਨੂੰ ਗੁਰਮਤ ਨਾਲ ਨਹੀਂ ਜੋੜਿਆ, ਬਾਣੀ ਨਾਲ ਨਹੀਂ ਜੋੜਿਆ, 35 ਅੱਖਰੀ ਨਾਲ ਨਹੀਂ ਜੋੜਿਆ, ਉਹ ਵੱਡਾ ਹੋ ਕੇ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਬੈਠ ਕੇ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰੇਗਾ? ਹਾਊ ਇਜ਼ ਇਟ ਪੋਸੀਬਲ? ਇਸ ਕਰਕੇ ਆ 5 ਪੱਪੇ ਕਿਤੇ ਸਬਰ ਜਾਣ ਨਾ, ਸੱਚ ਕਹਿ ਦਿਆਂ ਡੁੱਲੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਜੇ ਵਿਗੜਿਆ। ਗੁਰੂ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ। ਗੱਲ ਕਰ ਰਿਹਾ ਸਾਂ ਮੁਕਤੀ ਦੀ, ਤੇ ਸਾਧ ਸੰਗਤ ਜੀ ਸਤਿਗੁਰੂ ਕਹਿੰਦੇ ਨੇ ਵੀ ਇਹਨਾਂ ਸਾਰੀਆਂ ਗੱਲਾਂ 'ਚ ਮੇਰੀ ਖੁਸ਼ੀ ਨਹੀਂ। ਨਾ ਪੀਜੈ ਰਾਗੀ ਨਾਦੀ ਵੇਦ, ਨਾ ਪੀਜੈ ਸੁਰਤੀ ਗਿਆਨੀ ਜੋਗ, ਨਾ ਪੀਜੈ ਸੋਗੀ ਕੀਤੇ ਰੋਜ਼, ਨਾ ਪੀਜੈ ਰੂਪੀ ਮਾਲੀ ਰੰਗ, ਨਾ ਪੀਜੈ ਤੀਰਥ ਭਵਿਆ ਨੰਗ, ਨਾ ਪੀਜੈ ਦਾਤੀ ਕੀਤੇ ਪੁੰਨ, ਨਾ ਪੀਜੈ ਬਾਹਰ ਬੈਠਿਆਂ ਸੁੰਨ, ਨਾ ਪੀਜੈ ਭੇੜ ਮਰੇ ਪਿੜਸੂਰ, ਨਾ ਪੀਜੈ ਕੇਤੇ ਹੋਵੇ ਧੂੜ। ਬਾਬਾ ਜੀ ਜੇ ਇਹਨਾਂ ਤੇ ਤੁਹਾਡੀ ਖੁਸ਼ੀ ਨਹੀਂ ਤੇ ਫਿਰ ਦੱਸ ਦਿਓ ਖੁਸ਼ੀ ਹੈ ਕਿਹਨਾਂ ਤੇ? ਤੇ ਸਤਿਗੁਰੂ ਫਰਮਾਉਂਦੇ ਨੇ, ਲੇਖਾ ਲਿਖੀ ਹੈ ਮਨ ਕੇ ਭਾਏ, ਨਾਨਕ ਭੀਜੈ ਸਾਚੇ ਨਾਏ। ਜਿਹੜੇ ਨਾਮ ਦਾ ਵਪਾਰ ਕਰਦੇ ਨੇ, ਇਹ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕੈ ਸਦ ਬਲਿਹਾਰੈ। ਜਿਨ੍ਹਾਂ ਨੇ ਸੱਚ ਦਾ ਵਪਾਰ ਕੀਤਾ, ਨਾਮ ਦਾ ਵਪਾਰ ਕੀਤਾ, ਗੁਰੂ ਦੇ ਲੜ ਲੱਗ ਕੇ ਸੱਚ ਦੇ ਮਾਰਗ ਤੇ ਟੁਰੇ ਨੇ, ਬਾਬਾ ਜੀ ਕਹਿੰਦੇ ਨੇ ਮੇਰੀ ਪ੍ਰਸੰਨਤਾ ਉਹਨਾਂ ਤੇ ਹੈ। ਅੱਜ ਕੇਵਲ ਦੂਜੇ ਅੱਖਰ ਦੀ ਵਿਚਾਰ, ਕੱਲ ਦੇ ਦੀਵਾਨਾਂ ਵਿੱਚ ਅੰਮ੍ਰਿਤ ਦਾ ਤੀਜਾ ਅੱਖਰ ਰਾਰਾ ਤੇ ਤਤਾ। ਅੰਮ੍ਰਿਤ ਹੈ ਕੀ? ਮੁਕਤੀ ਦਾ ਮਾਰਗ। ਇਸ ਅੰਮ੍ਰਿਤ ਦੀ ਦਾਤ ਨੇ ਸਿੱਖ ਨੂੰ ਮੁਕਤ ਕਰਾ ਦੇਣਾ ਜੇ, ਕਿਉਂਕਿ ਗੁਰੂ ਆਪ ਮੁਕਤ ਹੈ। ਤੇ ਸਾਧ ਸੰਗਤ ਜੀ ਇੱਕ ਬੇਨਤੀ ਕਰਕੇ ਸਮਾਪਤੀ ਵੱਲ ਆਵਾਂ। ਸਮਾਂ ਲਗਭਗ 8-10 ਮਿੰਟ ਦਾ ਹੋਰ ਬਚਿਆ। ਗੁਰੂ ਸਵਾਰਿਓ, ਦੋਏ ਕਰ ਜੋੜ ਇੱਕ ਬੇਨਤੀ ਕਰਨ ਲੱਗਾ। ਜਦੋਂ ਮੁਕਤੀ ਦੀ ਗੱਲ ਕਰਦੇ ਆ ਨਾ, ਤੇ ਸਤਿਗੁਰੂ ਸਾਡੇ ਜੀਵਨ ਵਿੱਚੋਂ ਹਰ ਪ੍ਰਕਾਰ ਦਾ ਭੁਲੇਖਾ ਕੱਢਦੇ ਨੇ ਕਿ ਸਿੱਖਾ ਜਦੋਂ ਭੁਲੇਖਿਆਂ ਤੋਂ ਮੁਕਤ ਹੋ ਜਾਏਗਾ ਨਾ, ਤਾਂ ਮੁਕਤੀ ਦੇ ਮਾਰਗ ਤੇ ਟੁਰੀ। ਧਰਮ ਤੇ ਭਰਮ ਦੇ ਵਿੱਚ ਕੇਵਲ ਇੱਕ ਅੱਖਰ ਦਾ ਫਰਕ ਹੈ। ਧੱਦੇ ਨੂੰ ਹਟਾ ਕੇ ਭੱਬਾ ਲਾ ਦਿਓ, ਧਰਮ ਦੀ ਥਾਂ ਤੇ ਭਰਮ ਬਣ ਗਿਆ। ਕੇਵਲ ਇੱਕ ਅੱਖਰ ਦਾ ਫਰਕ ਹੈ, ਪਰ ਮਾਫੀ ਦੇਣਾ
ਮੰਜ਼ਲਾਂ ਦੋਵਾਂ ਦੀਆਂ ਇੱਕ ਦੂਜੇ ਤੋਂ ਆਪੋਜ਼ਿਟ ਨੇ। ਧਰਮ ਇਸ ਪਾਸੇ ਜਾਂਦਾ ਤੇ ਭਰਮ ਦੂਜੇ ਪਾਸੇ ਜਾਂਦਾ। ਇੱਕ ਠੇਠ ਪੰਜਾਬੀ 'ਚ ਗੱਲ ਕਰਦੇ ਆ, ਛੇਤੀ ਸਮਝ ਆ ਜਾਏਗੀ। ਇੱਕ ਪਾਸੇ ਰੱਬ ਹੈ ਤੇ ਇੱਕ ਪਾਸੇ ਯੱਬ ਹੈ। ਇਹ ਹੁਣ ਤੁਸੀਂ ਵੇਖੋ ਵੀ ਕਿਹੜੇ ਪਾਸੇ ਜਾਣਾ, ਕਿਹੜੇ ਮਾਰਗ ਤੇ ਟੁਰਨਾ। ਜੇ ਰੱਬ ਦੇ ਮਾਰਗ ਤੇ ਟੁਰੋਗੇ, ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਟੁਰੋਗੇ ਤੇ ਧਰਮੀ ਹੋ ਜਾਓਗੇ, ਨਹੀਂ ਤੇ ਯੱਬ ਤੇ ਦੁਨੀਆ ਦੇ ਦੁੱਖ ਤੇ ਕਦੇ ਮੁੱਕਣੇ ਹੀ ਨਹੀਂ ਮੁੱਕਣੇ। ਤੇ ਕਿਰਪਾ ਕਿਵੇਂ ਹੋਏਗੀ, ਇਹ ਦਿਆਲਤਾ ਕਿਵੇਂ ਹੋਏਗੀ, ਇਹ ਮੁਕਤੀ ਦਾ ਮਾਰਗ ਗੁਰੂ ਦੇ ਚਰਨਾਂ ਵਿੱਚੋਂ ਕਿਵੇਂ ਪ੍ਰਾਪਤ ਹੋਏਗਾ। ਇਤਿਹਾਸ ਗਵਾਹ ਹੈ। ਸਤਿਗੁਰਾਂ ਨੇ ਆਪਣੇ ਸਿੱਖ ਨੂੰ ਕੋਈ ਲਾਲਚ ਨਹੀਂ ਦਿੱਤਾ। ਆ ਜਿਵੇਂ ਡੇਰੇਦਾਰ ਲਾਲਚ ਦਿੰਦੇ ਨੇ, ਸਾਡੇ ਡੇਰੇ ਆਓ, ਤੁਹਾਨੂੰ ਰਾਸ਼ਨ ਵੀ ਸਸਤਾ ਦੇਵਾਂਗੇ, ਤੁਹਾਨੂੰ ਬੱਸਾਂ ਲੈਣ ਵੀ ਜਾਣਗੀਆਂ, ਘਰ ਛੱਡਣ ਵੀ ਜਾਣਗੀਆਂ, ਤੁਹਾਨੂੰ ਹੋਰ ਬੜੀ ਮਦਦ ਕਰਾਂਗੇ। ਬਾਬਾ ਜੀ ਕਹਿੰਦੇ ਮੇਰੇ ਕੋਲ ਕੋਈ ਲਾਲਚ ਨਹੀਂ, ਇਹ ਸੱਚ ਦਾ ਮਾਰਗ ਹੈ। ਜਾਓ ਤਾਓ ਪ੍ਰੇਮ ਖੇਲਣ ਕਾ ਚਾਓ, ਕੀ ਕਰ ਫਿਰ ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ। ਇੱਥੇ ਤਾਂ ਸਿਰ ਦੇਣਾ ਪੈਣਾ। ਤੇ ਹੁਣ ਤੁਸੀਂ ਕਹੋ ਵੀ ਸਿਰ ਦੇਣਾ ਬੜਾ ਔਖਾ। ਪਾਓ ਆਪਣੀ ਮੱਤ ਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਦਿਓ ਤੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਘਰਾਂ ਨੂੰ ਵਾਪਸ ਜਾਓ। ਇਹ ਹੈ ਸਿਰ ਦੇਣਾ। ਮੱਥਾ ਟੇਕਣਾ ਵੀ ਅਜੇ ਸਿੱਖ ਨੂੰ ਨਹੀਂ ਜੇ ਆਇਆ, ਸਿਰ ਦੇਣਾ ਬੜੀ ਦੂਰ ਦੀ ਗੱਲ ਹੈ। ਇੱਕ ਪਿਆਰ ਦੀ ਗੱਲ ਕਰਾਂ, ਜੇ ਚੰਗੀ ਲੱਗੇ ਤੇ ਪੱਲੇ ਬੰਨ ਲੈਣਾ। ਜਦੋਂ ਅਸੀਂ ਗੁਰੂ ਘਰ ਆਉਂਦੇ ਹਾਂ, ਜੋੜੇ ਲਾ ਕੇ ਹੱਥ ਪੈਰ ਸੁੱਚੇ ਕਰਕੇ ਜਦੋਂ ਅਸੀਂ ਅੰਦਰ ਦਰਬਾਰ ਹਾਲ ਵਿੱਚ ਆਉਂਦੇ ਹਾਂ ਨਾ, ਤੇ ਸਾਧ ਸੰਗਤ ਜੀ ਅਸੀਂ ਕਈ ਵਾਰਾਂ ਆ ਨੋਟ ਫੜਿਆ ਹੁੰਦਾ, ਉਂਗਲਾਂ ਵਿੱਚ ਫਸਾ ਕੇ ਸਾਰਿਆਂ ਨੂੰ ਦੱਸਣਾ ਹੁੰਦਾ ਵੀ ਆਹ ਦੇਖੋ ਮੈਂ ਬੜਾ ਵੱਡਾ ਦਾਨੀ ਹੋ ਗਿਆ। ਨਹੀਂ, ਬਾਹਰੋਂ ਹੀ ਹਾਲ ਦੇ ਅੰਦਰ ਆਉਣ ਤੋਂ ਪਹਿਲਾਂ ਆਪਣਾ ਪਰਸ ਖੋਲ ਕੇ ਜੋ ਮਾਇਆ ਤੁਸੀਂ ਭੇਟਾ ਕਰਨੀ ਹੈ, ਕਈ ਨਾ ਇੱਥੇ ਖੜੇ ਹੋ ਕੇ ਪਰਸ ਕੱਢਣਗੇ ਜੇਬ ਚੋਂ, ਉਹ ਵੀ ਕਿਤੇ ਸੂਖਸ਼ਮ ਹੋਵੇਂ। ਮਾਇਆ ਨੂੰ ਗੁਪਤ ਰੱਖ ਕੇ ਇੱਥੇ ਆ ਕੇ ਇੱਕ ਗੱਲ ਹੋਰ ਕਹਿਣ ਲੱਗਾ। ਹੋ ਸਕਦਾ ਸਾਡੇ ਵਿੱਚੋਂ ਬਹੁਤੀ ਇਹ ਗਲਤੀ ਕਰ ਜਾਂਦੇ ਹੋਣ, ਕਿਉਂਕਿ ਪਤਾ ਨਹੀਂ, ਇਹ ਅਣਜਾਣੇ ਦੀ ਗਲਤੀ ਹੈ, ਕੋਈ ਜਾਣ ਬੁੱਝ ਕੇ ਨਹੀਂ। ਜਦੋਂ ਸਤਿਗੁਰਾਂ ਦੇ ਸਨਮੁਖ ਆਉਣਾ ਨਾ ਤੇ ਹੱਥ ਜੋੜ ਕੇ ਅਰਦਾਸ ਕਰਨੀ, ਦੋਏ ਕਰ ਜੋੜ ਕਰੋ ਅਰਦਾਸ ਤੋਂ ਭਾਵੈ ਤਾਂ ਆਣਾ ਰਾਸ। ਉਸ ਤੋਂ ਬਾਅਦ ਅਸੀਂ ਬਹੁਤੇ ਕੀ ਕਰਨੇ ਆ, ਅਸੀਂ ਪਹਿਲੇ ਮਾਇਆ ਗੋਲਕ 'ਚ ਪਾਉਂਦੇ ਹਾਂ ਬਹੁਤੇ। ਇਹ ਵੀ ਕਿਤੇ ਜਾਣੇ ਅਣਜਾਣੇ ਵਿੱਚ ਅਸੀਂ ਹਉਮੈ ਦੀ ਜਿਹੜੀ ਹੈ ਨਾ ਖੇਡ ਖੇਡਦੇ ਹਾਂ। ਮਾਇਆ ਨੂੰ ਅੱਗੇ ਨਹੀਂ ਰੱਖਣਾ। ਸਭ ਤੋਂ ਪਹਿਲਾਂ ਸਿੱਖ ਨੇ ਕੀ ਕਰਨਾ, ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੇ। ਪਹਿਲਾਂ ਅਸੀਂ ਨਤਮਸਤਕ ਹੋਣਾ। ਇਹ ਨਹੀਂ ਵੀ ਗੋਲਕ 'ਚ ਵਗਾ ਕੇ ਜਿਹੜਾ ਤੁਸੀਂ ਮਾਇਆ ਸੁੱਟਣੀ, ਜਿਵੇਂ ਅਸੀਂ ਗੁਰੂ ਤੇ ਅਹਿਸਾਨ ਕਰ ਰਹੇ ਹਾਂ, ਬੜੀ ਸ਼ਰਧਾ ਨਾਲ ਪਹਿਲੇ ਨਤਮਸਤਕ ਹੋਣਾ, ਮੱਥਾ ਟੇਕਣਾ ਤੇ ਫਿਰ ਮਾਇਆ ਨੂੰ ਗੋਲਕ 'ਚ ਪਾਉਣਾ। ਦਾਤਿਆ ਤੇਰੇ ਦਿੱਤੇ ਦਾਨ ਵਿੱਚੋਂ ਭੇਟਾ ਕਰਨ ਲੱਗਾ, ਮੈਂ ਦੇਣ ਜੋਗਾ ਨਹੀਂ, ਤੇਰੇ ਦਿੱਤੇ ਦਾਨ ਵਿੱਚੋਂ। ਕਿਉਂਕਿ ਅਸੀਂ ਮੰਗਤੇ ਹਾਂ, ਅਸੀਂ ਭਿਖਾਰੀ ਹਾਂ, ਅਸੀਂ ਜਾਚਕ ਹਾਂ, ਦੀਨ ਹਾਂ, ਬੈਗਰਸ ਹਾਂ, ਅਸੀਂ ਗੁਰੂ ਨੂੰ ਦੇਣ ਜੋਗੇ ਨਹੀਂ। ਦਾਤਿਆ ਤੇਰੇ ਦਿੱਤੇ ਵਿੱਚ ਦਾਨ ਵਿੱਚੋਂ ਮੈਂ ਤੈਨੂੰ ਭੇਟਾ ਕਰ ਰਿਹਾ। ਪਹਿਲਾਂ ਮੱਥਾ ਟੇਕਣਾ, ਫੇਰ ਮਾਇਆ ਗੋਲਕ 'ਚ ਪਾਣੀ। ਇਹ ਸ਼ਰਧਾ ਦੀਆਂ ਗੱਲਾਂ ਨੇ, ਜੇ ਚੰਗੀ ਲੱਗੇ ਤੇ ਨਾਲ ਲੈ ਜਾਣਾ। ਤੇ ਸਾਧ ਸੰਗਤ ਜੀ ਜਦੋਂ ਮੁਕਤੀ ਦੀ ਗੱਲ ਕਰਦੇ ਆ ਨਾ, ਤੇ ਇੱਕ ਗੱਲ ਸਮਝ ਲੈਣਾ ਕਿ ਗੁਰੂ ਦੇ ਪ੍ਰਤੀ ਸਾਡਾ ਵਿਸ਼ਵਾਸ ਇੰਨਾ ਉੱਚਾ ਹੋਵੇ। ਕੱਲ ਇੱਕ ਗੱਲ ਕੀਤੀ ਸੀ, ਕਦੇ ਵਿਚਾਰ ਕਰਿਓ, ਸਤਿਗੁਰਾਂ ਨੇ ਅੰਮ੍ਰਿਤ ਦਾ ਜਦੋਂ ਇਹ ਕਨਸੈਪਟ ਤਿਆਰ ਕੀਤਾ ਨਾ 1699 ਦੀ ਵਿਸਾਖੀ ਨੂੰ, ਤੇ ਸਤਿਗੁਰਾਂ ਨੇ 5 ਚੀਜ਼ਾਂ ਵਰਤੀਆਂ, ਖੰਡਾ, ਬਾਟਾ, ਪਾਣੀ, ਬਾਣੀ, ਪਤਾਸੇ। ਕਦੇ ਸੋਚਿਆ ਜੇ ਮਹਾਰਾਜ ਨੇ ਖੰਡਾ ਹੀ ਕਿਉਂ ਵਰਤਿਆ? ਤੁਸੀਂ ਗੁਰੂ ਸਾਹਿਬ ਦਾ ਕਿਤੇ ਜੀਵਨ ਪੜ੍ਹੋ ਨਾ, ਤੇ ਜਿਹੜਾ ਗੁਰੂ ਸਾਹਿਬ ਦਾ ਨਿੱਤ ਦਾ ਪਹਿਰਾਵਾ ਕਲਗੀਧਰ ਪਾਤਸ਼ਾਹ ਦਾ, ਮਹਾਰਾਜ ਆਪਣੇ ਗਾਤਰੇ ਵਿੱਚ ਵੱਡੀ ਸ੍ਰੀ ਸਾਹਿਬ ਪਹਿਨਿਆ ਕਰਦੇ ਸਨ, ਵੱਡੀ। ਅਸੀਂ ਤਾਂ ਆ ਗਲੇ ਦੇ ਵਿੱਚ ਨਾ ਇੰਨੀਆਂ ਪਾ ਲਈਆਂ, ਧਾਗੇ 'ਚ ਲਟਕਾ ਲਈਆਂ। ਕਿਸੇ ਨੇ ਪੁੱਛਿਆ ਕੀ ਜੀ ਇਹ ਸ੍ਰੀ ਸਾਹਿਬ? ਮਾਫੀ ਦੇਣਾ, ਇਹ ਸ੍ਰੀ ਸਾਹਿਬ ਨਹੀਂ, ਇਹ ਤਾਂ ਦੰਦ ਖੁਰਚਣੀਆਂ ਨੇ। ਜਦੋਂ ਕੁਝ ਪ੍ਰਸ਼ਾਦਾ ਛਕਦੇ ਹੋ, ਕੁਝ ਫਸ ਜਾਏ ਤੇ ਉਹ ਦੰਦਾਂ ਵਿੱਚ ਮਾਰਦੇ ਹੋ।
ਐਵੇਂ ਭੁਲੇਖੇ 'ਚ ਨਾ ਰਹਿਣਾ ਵੀ ਇਹ ਸ੍ਰੀ ਸਾਹਿਬ ਹੈ। ਕਿਸੇ ਦੀਵਾਨ 'ਚ ਜਾਣ ਦਾ ਮੌਕਾ ਮਿਲਿਆ ਤੇ ਬਾਹਰ ਲੱਗਾ ਸੀ ਸਟਾਲ ਕੈਸਟਾਂ ਦਾ, ਸੀਡੀਜ਼ ਦਾ, ਤੇ ਉਹ ਗੁਰੂ ਕਾ ਸਿੱਖ ਨਾ ਧਾਗੇ ਦੇ ਵਿੱਚ ਇੱਕ ਇੰਨੀ ਜੀ ਸ੍ਰੀ ਸਾਹਿਬ ਪਤਰਾ ਜਿਹਾ ਲੋਹੇ ਦਾ, ਇੱਕ ਖੰਡਾ ਤੇ ਇੱਕ ਇੰਨਾ ਜਿਹਾ ਕੰਘਾ, ਉਹ ਧਾਗੇ 'ਚ ਬੰਨੇ ਤੇ ਵੇਚਣ ਵਾਸਤੇ ਲਟਕਾਏ। ਕਈਆਂ ਨੇ ਪਾਏ ਹੁੰਦੇ ਇੰਨੇ ਇੰਨੇ ਕੰਘੇ ਗਲੇ ਵਿੱਚ। ਇੰਡੀਆ 'ਚ ਬੜਾ ਰਿਵਾਜ ਹੈ, ਮੈਨੂੰ ਤੁਹਾਡਾ ਨਹੀਂ ਪਤਾ। ਅੱਧੇ ਇੱਕ ਇੰਚ ਦੀ ਸ੍ਰੀ ਸਾਹਿਬ, ਪਤਾ ਨਹੀਂ ਕਿੰਨੇ ਕੁ ਬੰਦੇ ਮਾਰ ਲੈਣਗੇ ਜੇ ਲੋੜ ਪੈ ਗਈ। ਪੜ੍ਹਦੇ ਹਾਂ, ਜਬ ਆਵ ਕੀ ਔਦ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਤੇ ਜਦੋਂ ਲੋੜ ਪਈ ਤੇ ਇੰਨੀ ਦੀ ਸ੍ਰੀ ਸਾਹਿਬ ਤੁਹਾਡੇ ਕਿਸ ਕੰਮ ਆਉਣੀ ਹੈ। ਤੇ ਉਹ ਧਾਗੇ 'ਚ ਲਟਕੀ ਜੀ ਇੰਨੀ ਦੀ ਸ੍ਰੀ ਸਾਹਿਬ, ਇੱਕ ਖੰਡਾ ਤੇ ਨਿੱਕਾ ਜਿਹਾ ਕੰਘਾ। ਤੇ ਮੈਂ ਵੀਰ ਨੂੰ ਪੁੱਛਿਆ ਜੀ ਕਿੰਨੇ ਪੈਸੇ? ਕਹਿਣ ਲੱਗਾ 5 ਰੁਪਈਏ। ਮੈਂ ਕਿਹਾ ਯਾਰ 6 ਲੈ ਲੈ। ਭਾਈ ਸਾਹਿਬ ਮੈਂ 5 ਮੰਗਣਾ, ਤੁਸੀਂ ਲੋਕ ਪੈਸੇ ਘਟਾਉਂਦੇ ਨੇ, ਤੁਸੀਂ ਵਧਾ ਰਹੇ ਹੋ 6। ਮੈਂ ਕਿਹਾ ਇੰਨਾ ਜਿਹਾ ਕਛਹਿਰਾ ਵੀ ਟੰਗ ਦੇ। ਆਪਾਂ ਮਨ ਨਹੀਂ ਮਨਾਉਣਾ ਨਾ ਕਿ ਅਸੀਂ ਕਕਾਰ ਪਾਏ ਨੇ ਗਲੇ ਟੰਗ ਲੈਣੇ ਇੰਨਾ ਜਿਹਾ ਕਛਹਿਰਾ, ਹੋਰ ਕੀ ਹੈ। ਕਿਉਂਕਿ ਸਾਡੇ ਕੋਲ ਹੁਣ ਗੋਡਿਆਂ ਤੱਕ ਕਛਹਿਰੇ ਪਾਏ ਨਹੀਂ ਜਾਂਦੇ। ਮੈਂ ਕਿਹਾ ਯਾਰ ਇੰਨਾ ਜਿਹਾ ਕਛਹਿਰਾ ਵੀ ਟੰਗ ਦੇ। ਅੱਜ ਬਹੁਤਿਆਂ ਨੇ ਆਪਣੇ ਮਨ ਨੂੰ ਮਨਾਉਣ ਵਾਸਤੇ, ਕਈਆਂ ਦੇ ਕੰਘੇ ਤੇ ਇੰਨੀ ਜੀ ਸ੍ਰੀ ਸਾਹਿਬ ਲੱਗੀ ਹੁੰਦੀ ਹੈ, ਕਹਿੰਦੇ ਜੀ ਆਹ ਦੇਖੋ ਅਸੀਂ ਕਕਾਰ ਧਾਰਨ ਕੀਤਾ। ਬੱਲੇ ਬੱਲੇ ਸਿੱਖੋ, ਪਤਾ ਨਹੀਂ ਕਿੱਥੋਂ ਸਿੱਖ ਗਏ ਤੁਸੀਂ। ਇਹ ਬਾਬਿਆਂ ਨੇ ਤੁਹਾਨੂੰ ਕਕਾਰ ਵੀ ਵਿਸਾਰ ਦਿੱਤੇ ਜੇ ਕਿ ਜੀ ਕੰਘੇ ਤੇ ਲੱਗੀ ਹੁੰਦੀ ਹੈ ਜਾਂ ਗਲੇ 'ਚ ਪਾ ਲਓ। ਜੇ ਗਲੇ 'ਚ ਇੰਨੀ ਜੀ ਸ੍ਰੀ ਸਾਹਿਬ ਪਾਇਆ ਸਿੱਖੀ ਧਾਰਨ ਕੀਤੀ ਜਾ ਸਕਦੀ ਏ, ਤੇ ਫਿਰ ਬਾਰਡਰ ਤੇ ਵੀ ਇੰਨੀਆਂ ਮਿਸਾਈਲਾਂ ਲਾ ਦਿਓ, ਆਪਣੇ ਆਪ ਦੁਸ਼ਮਣ ਡਰ ਜਾਏਗਾ। ਕੀ ਲੋੜ ਹੈ ਫਿਰ ਐਡੇ ਐਡੇ ਸਿੱਖ ਮਰਵਾਉਣ ਦੀ ਤੇ ਫੌਜੀ ਮਰਵਾਉਣ ਦੀ। ਉਹ ਵੀ ਫੌਜੀਆਂ ਨੂੰ ਵੀ ਕੋ ਗਲੇ 'ਚ ਇੰਨੀ ਮਿਸਾਈਲ ਪਾ ਲੈਣ ਤੇ ਬੰਬ ਪਾ ਲੈਣ, ਹੋ ਗਿਆ ਕੰਮ। ਐਵੇਂ ਹੀ ਭੁਲੇਖੇ ਦੇ ਵਿੱਚ ਜੀਵਨ ਜੀ ਰਹੇ ਹਾਂ। ਸਿੱਖੀ ਭੁਲੇਖੇ ਦਾ ਨਾਂ ਨਹੀਂ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਵੇਲੇ ਅੰਮ੍ਰਿਤ ਦੇ ਬਾਟੇ ਵਿੱਚ ਪਤਾਸੇ ਹੀ ਕਿਉਂ ਪਾਏ? ਖੰਡ ਪਾ ਲੈਂਦੇ, ਗੁੜ ਪਾ ਲੈਂਦੇ, ਸ਼ਹਿਦ ਪਾ ਲੈਂਦੇ, ਮਿਸ਼ਰੀ ਪਾ ਲੈਂਦੇ, ਜੇ ਕੇਵਲ ਜਲ ਨੂੰ ਮਿੱਠਾ ਹੀ ਕਰਨਾ ਸੀ। ਸਾਧ ਸੰਗਤ ਜੀ, ਜਲ ਨੂੰ ਕੇਵਲ ਮਿੱਠਾ ਕਰਨ ਦੀ ਖੇਡ ਨਹੀਂ ਸੀ, ਖੇਡ ਸੀ ਇੱਕ ਸਿਧਾਂਤ ਦੀ। ਕਾਨਪੁਰ ਇੱਕ ਬੜਾ ਵੱਡਾ ਸ਼ਹਿਰ ਹੈ ਇੰਡੀਆ ਦਾ, ਉੱਥੇ ਦਾਸ ਕਥਾ ਕਰ ਰਿਹਾ ਸੀ ਤੇ ਦਾਸ ਨੇ ਇਹ ਗੱਲ ਕੀਤੀ ਤੁਹਾਡੀ ਅਸੀਸ ਨਾਲ ਕਿ ਗੁਰੂ ਸਾਹਿਬ ਖੰਡ ਵਰਤ ਲੈਂਦੇ, ਮਿਸ਼ਰੀ ਵਰਤ ਲੈਂਦੇ, ਗੁੜ ਵਰਤ ਲੈਂਦੇ, ਸ਼ੱਕਰ ਵਰਤ ਲੈਂਦੇ, ਸ਼ਹਿਦ ਵਰਤ ਲੈਂਦੇ। ਤੇ ਜਦੋਂ ਸਟੇਜ ਤੋਂ ਥੱਲੇ ਉਤਰਿਆ ਨਾ, ਇੱਕ 80-82 ਵਰਿਆਂ ਦੇ ਬਜ਼ੁਰਗ, ਮੇਰੇ ਪਿਤਾ ਸਮਾਨ, ਮੇਰੇ ਕੋਲ ਆਏ। ਭਾਈ ਸਾਹਿਬ ਜੀ ਫਤਿਹ, ਉਹਨਾਂ ਨੇ ਫਤਿਹ ਬੁਲਾਈ। ਦਾਸ ਨੇ ਵੀ ਜਵਾਬ ਦਿੱਤਾ ਫਤਿਹ ਦਾ। ਮੈਨੂੰ ਕਹਿਣ ਲੱਗੇ ਭਾਈ ਸਾਹਿਬ ਇੱਕ ਗੱਲ ਕਰਨੀ ਹੈ। ਮੈਂ ਕਿਹਾ ਦੱਸੋ। ਕਹਿਣ ਲੱਗੇ ਜੀ ਤੁਸੀਂ ਸਟੇਜ ਤੋਂ ਕਿਹਾ ਖੰਡ ਵਰਤ ਲੈਂਦੇ, ਮਿਸ਼ਰੀ ਵਰਤ ਲੈਂਦੇ, ਗੁੜ ਵਰਤ ਲੈਂਦੇ, ਉਸ ਵੇਲੇ ਮਿਸ਼ਰੀ ਕਿੱਥੇ ਸੀ? ਉਸ ਵੇਲੇ ਮਿਸ਼ਰੀ ਹੈ ਸੀ ਗੁਰੂ ਸਾਹਿਬ ਵੇਲੇ? ਮੈਨੂੰ ਗੱਲ ਬੜੀ ਚੰਗੀ ਲੱਗੀ। ਮੈਂ ਕਿਹਾ ਬਜ਼ੁਰਗੋ, ਪਹਿਲੇ ਤਾਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਕਥਾ ਧਿਆਨ ਨਾਲ ਸੁਣੀ, ਤਾਂ ਹੀ ਤਾਂ ਤੁਸੀਂ ਕੋਈ ਗਲਤੀ ਲੱਭੀ ਹੈ ਨਾ। ਕਥਾਵਾਚਕ ਕੀਰਤਨੀਆ ਹੈ ਤੇ ਬੰਦਾ ਹੀ ਹੈ, ਗਲਤ ਬੋਲ ਸਕਦਾ। ਗਲਤੀ ਬੰਦੇ ਕੋਲ ਹੀ ਹੁੰਦੀ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਮੈਂ ਕਿਹਾ ਪਹਿਲੇ ਤਾਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਕਥਾ ਧਿਆਨ ਨਾਲ ਸੁਣੀ ਹੈ, ਨਹੀਂ ਤੇ ਸਾਡੀਆਂ ਸਟੇਜਾਂ ਤੋਂ ਪਤਾ ਨਹੀਂ ਲੋਕੀ ਕੀ ਆਖ ਜਾਂਦੇ ਨੇ ਤੇ ਸੁਣਨ ਵਾਲੇ ਧਿਆਨ ਹੀ ਕਿਤੇ ਹੋਰ ਹੁੰਦਾ। ਤੁਹਾਡੀਆਂ ਸਟੇਜਾਂ ਤੋਂ ਅੱਜ ਲੋਕੀ ਕਹਿ ਜਾਂਦੇ ਨੇ ਨਾਮ ਜਪਣ ਦੀ ਲੋੜ ਨਹੀਂ, ਬਾਣੀ ਪੜ੍ਹਨ ਦੀ ਲੋੜ ਨਹੀਂ, ਅੰਮ੍ਰਿਤ ਛਕਣ ਦੀ ਲੋੜ ਨਹੀਂ, ਮਨ ਸਾਫ਼ ਹੋਣਾ ਚਾਹੀਦਾ। ਤੇ ਤੁਸੀਂ ਵੀ ਸੁਣ ਕੇ ਘਰਾਂ ਨੂੰ ਚਲੇ ਜਾਂਦੇ ਹੋ। ਕਿੰਨੇ ਨੇ ਤੁਹਾਡੇ ਵਿੱਚੋਂ ਜਿਹੜੇ ਪਰਪੱਕ ਨੇ, ਜਿਹੜੇ ਕਥਾਵਾਚਕ ਨੂੰ ਪੁੱਛਣ ਵੀ ਇਹ ਗੱਲ ਕਿਵੇਂ ਕਹਿਤੀ, ਨਾਮ ਜਪਣ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਨਾਮ ਜਪਣ ਦੀ ਗੱਲ ਕਰਦੀ ਹੈ। ਕੇਵਲ ਨਾਮ ਜਪੋ ਰੇ ਪ੍ਰਾਣੀ ਛੋੜੋ ਮਨ ਕੇ ਭਰਮ। ਮੈਂ ਕਿਹਾ ਬਜ਼ੁਰਗੋ, ਪਹਿਲੇ ਤੇ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ, ਕਥਾ ਧਿਆਨ ਨਾਲ ਸੁਣੀ। ਤੇ ਹੁਣ ਤੁਸੀਂ ਜਿਹੜਾ ਸਵਾਲ ਪੁੱਛਿਆ ਉਹਦਾ ਜਵਾਬ, ਕਿਉਂਕਿ ਮੇਰਾ ਫਰਜ਼ ਹੈ, ਸੰਗਤ ਰੱਬ ਦਾ ਰੂਪ ਹੈ, ਸੰਗਤ ਮਾਈ ਬਾਪ ਹੈ। ਜੇ ਕੋਈ ਸਵਾਲ ਪੁੱਛੇ ਉਹਦੀ ਸੈਟਿਸਫੈਕਸ਼ਨ ਜ਼ਰੂਰੀ ਹੈ। ਮੈਂ ਕਿਹਾ ਬਜ਼ੁਰਗੋ ਇੱਕ ਗੱਲ ਦੱਸੋ, ਗੁਰੂ ਗੋਬਿੰਦ ਸਿੰਘ ਜੀ ਤੋਂ ਗੁਰੂ ਨਾਨਕ ਸਾਹਿਬ ਕਿੰਨੇ ਸਾਲ ਪਹਿਲਾਂ ਜਗਤ ਵਿੱਚ ਆਏ? ਆਖਣ ਲੱਗੇ ਜੀ ਲਗਭਗ 200 ਸਾਲ ਪਹਿਲਾਂ, ਕਿਉਂਕਿ 1469 ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਦਿ ਗੁਰੂ ਇਸ ਜਗਤ ਵਿੱਚ ਪ੍ਰਕਾਸ਼ ਧਾਰਨ ਕਰਦੇ ਨੇ 1469। ਤੇ 1666 ਦੇ ਵਿੱਚ 197 ਸਾਲਾਂ ਬਾਅਦ ਕਲਗੀਧਰ ਪਾਤਸ਼ਾਹ ਇਸ ਧਰਤੀ ਤੇ ਪ੍ਰਕਾਸ਼ ਧਾਰਨ ਕਰਦੇ ਨੇ ਪਟਨਾ ਸਾਹਿਬ। ਲਗਭਗ 200 ਸਾਲ।
मैं कहा बजुर्गो इत्थे तां गल ठीक है? कहंदे जी हाँ। मैं क्या हुण अगली गल, 15 भगतां दी बाणी गुरु ग्रंथ साहिब विच दर्ज है। भगत कबीर भी ने, भगत रविदास भी ने, भगत धन्ना भी ने, भगत सैन भी ने, भगत नामदेव भी ने, ते भगत फरीद भी ने। मैं कहा बजुर्गो एक गल दसो, भगत फरीद जी गुरु नानक साहब तो किन्ने वरे पहला? लगभग 500 साल पहले। यानी कि गुरु गोबिंद सिंह जी तो लगभग 700 साल पहले भगत फरीद जी इस धरती ते आउंदे ने। ते 700 साल पहले जिहड़ी बाणी गुरु साहब ने, जिहड़ी भगत फरीद जी ने उचारण की है, गुरु साहब ने दर्ज की है। ते भगत फरीद जी का बचन, फरीदा शक्कर खंड निवात गुड़ माखियो माझा दुध सभे वस्तु मिठियां रब ना पुजन तुद। निवात कहते ने मिश्री नूं। 700 साल पहले गुरु गोबिंद सिंह जी तो भगत फरीद जी मिश्री का जिक्र करके गए ने। तुसीं रोज़ पढ़ते हो फरीदा शक्कर खंड निवात गुड़ माखियो माझा दुध। निवात मिश्री नूं कहंदे ने। ते जे 700 साल पहले मिश्री का जिक्र होया तो की गुरु गोबिंद सिंह जी साहब वेले मिश्री नहीं सी? जदों ये गल की, खैर वो बुजुर्ग मेरे पिता समान, ही वॉज वेरी मच सैटिस्फाइड। कहने का मतलब असी सुनने आ, जे कोई किंतु होवे ना मन च पुछ लिया करो। असी तुहाडे बच्चे हैं, असी तुहाडी खुशी लैण आए हैं, तुहानू उपदेश देण नहीं आए, तुहाडे कोल सीखण आए हैं कुछ। सतसंगीओ फिर बेनती करा, सतगुरां दा एक सिद्धांत काम कर रहा है। सतगुरां ने पतासे ही क्यों पाए जल दे विच? क्योंकि अमृत का प्रकरण है, यह गल समझ लैनी जरूरी है। तुसी कदे घर जाके पतासे नूं पानी विच पा के वेखियो? कदे पानी नूं पतासे नूं पाओ ना पानी च, ते 5 मिनट बाद जे तुसी पतासे नूं बाहर कड्ढण दा यतन करोगे, नॉट पॉसिबल। क्योंकि पतासा कुछ समय च खुर के पानी विच घुल जाता है, अपने आप नूं उस जल दे विच अपनी होंद नूं न्योछावर कर दिंदा। पतासे का सुभाव है पानी च पाओ खुर जाएगा। ते एक होर सुभाव पतासे का, उन्हें अपना आप मिटा दिता, पानी के हवाले करता, पर अपना जिहड़ा मिठास वाला सुभाव सी वो नहीं छड्डिया, पानी विच रल के पानी नूं भी मिठा कर दिता। सतगुरां ने इस करके गुड़ नहीं वरतिया, मिश्री नहीं वरती, शहद नहीं वरतिया, खंड नहीं वरती। जे अमृत की जदों दात देनी सी, बाटा तैयार किया तो उहदे विच पतासे पाए, क्योंकि पतासे का सुभाव अपनी होंद नूं छड्ड दिंदा, पर अपने सुभाव नूं नहीं जे छड्डदा, पानी नूं भी मिठा कर जांदा जी। ते सिख ने गुरु के चरणों दे विच, गुरु के चरणों का ऐसा आशक होना है, ऐसा भौरा बनना है कि अपने होंद नूं त्याग के गुरु का सुभाव अपने नाल लैके जावे। असी अपनी होंद तो मुनकर हो जाइए। असी गुरु तो मुनकर हो जाना चाहते हैं, पर अपनी होंद तो मुनकर होना नहीं चाहते। साध संगत जी, गुरु साहब ने खंडा क्यों वरतिया? जे केवल पतासे ही घोलने सन, किरपान नाल घोल लैंदे, तीर नाल घोल लैंदे, कटार नाल घोल लैंदे, पर नहीं गुरु सवारिओ, इहदे पिछे भी एक बड़ा वड्डा सिद्धांत काम कर रहा है। गुरु साहब का जिहड़ा निता प्रति का जिहड़ा पोशाका, जिहड़ा बाणा, गुरु साहब वड्डी सिरी साहब गात्रे विच धारण करते सन। गुरु साहब अपनी कटार दे विच, कमर कस्से दे विच कटार धारण करते सन, ते गुरु साहब दे सोहणे मोढियां दे उत्ते तीरां दा पत्था हुंदा सी। गुरु साहब अपने निता प्रति दे पोशाके दे विच कदे खंडा धारण नहीं सन करते। जदों 1699 की विसाखी लगभग 80,000 का कट इतिहासकारों ने लिखा, जदों सतगुरां ने पंथ नूं आवाज़ा दिता ना, अज एक सीस की लोड़ है, उस वेले भी गुरु साहब के हत्थ विच सिरी साहब सी। जदों 5 सीस लए ते जदों अमृत का बाटा तैयार किया, महाराज के हत्थ सिरी साहब नहीं सी, महाराज ने खंडा पकड़िया सी। साध संगत जी, खंडा 2 धारा शस्त्र है, 2 धारा शस्त्र। जदों कदे खंडे नूं फड़ो ना, ते एक धार खंडे की सामने पासे ते एक अपने पासे, ते सानू खंडे का उपदेश पता है कि ये सिद्धांत की खंडे का? सिखा
ਜੇ ਤੂੰ ਦੋ ਧਾਰਾ ਸ਼ਸਤਰ ਲਿਆ ਨਾ ਹੱਥ ਦੇ ਵਿੱਚ, ਇੱਕ ਧਾਰ ਜੇ ਕੋਈ ਸਾਹਮਣੇੋਂ ਕੋਈ ਜ਼ਾਲਮ ਆਇਆ ਤੇਰੇ ਤੇ ਹਮਲਾਵਰ ਬਣ ਕੇ ਆਇਆ, ਤੇ ਤੂੰ ਸ਼ਸਤਰਧਾਰੀ ਹੋ ਕੇ ਸਾਹਮਣੇੋਂ ਆਉਣ ਵਾਲੇ ਜ਼ਾਲਮ ਦਾ ਮੁਕਾਬਲਾ ਕਰਕੇ ਉਹਨੂੰ ਢਹਿ ਢੇਰੀ ਕਰਨਾ, ਤੂੰ ਗੁਰੂ का खालसा है। जब आव की औद निधान मने ते हिरण में तब जूझ मरो। पर ध्यान रखी, एक धार तेरे वल भी है, जेड़े तेरे अंदर तेरे वैरी ने। इस देही में पंज चोर वसै, काम क्रोध लोभ मोह अहंकारा। किते ये ना होवे बाहरले वैरियां नूं संघारदा, बाहरले वैरियां नूं मारदा, हंकार दे विच इन्ना को अगे चला जावां कि तेरे अंदर दे वैरी तेरा घाण कर देण। इस करके ये ज्ञान की धार दे नाल, ज्ञान के खंडे दे नाल, ज्ञान की खड़क दे नाल तू अपने अंदर दे वैरी का भी संहार करना है। ये दो धारा शस्त्र गुरु साहब ने अमृत का बाटा तैयार करने वेले भी वरत्या है। ते खंडे का आखिरी अर्थ जे खंड खंड करने वाला, जेड़ा दुबदा नूं नाश करने वाला, जेड़ा भुलेखे नूं दुचित्ती नूं कन्फ्यूजन नूं खत्म करने वाला। समा इजाजत नहीं देंदा। भाई साहब पहुँच गए ने संगत दे विच। अमृत दियां बाकी विचारां केवल दो अखरां दी विचार हो सकी है। ऐड़े तो आत्मक अडोलता, अमृत का दूजा अखर ममा, मुक्ति का मार्ग। बाकी विचारा रारा ते तत्ता रहिंदे दीवाना विच करांगे। साध संगत जी हुण इत्थे समाप्ति, क्योंकि पंथ दे महान कीर्तनी है जिन्हां नूं तुसीं बड़े चाह नाल उड़ीक रहे हो, वो संगत विच विराजमान ने। जी आयां नूं जिन्ने कदम चल के आए ने साडे गरीबां दे सिर मत्थे ते। साध संगत जी इत्थे कथा दी विचार दी समाप्ति। भुलां बख्श लैणियां, गज वज के फतेह बुलावना जी। वाहिगुरु जी का खालसा, वाहिगुरु जी की फतेह।